ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਸ਼੍ਰੀ ਹਰਿ ਗੋਬਿੰਦ ਸੁਮਤ ਪਰਗਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਮੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਦੋਹਰਾ ਨਿਤ ਪ੍ਰਤ ਗੁਰ ਉਪਦੇਸ਼ ਹੀ ਸੁਖ ਸਾਧਨ ਕੇ ਮੁਖ ਸੁਗਮ ਪਾਏ ਕਲਿਆਣ ਕੋ ਕਰੇ ਨਿਵਾਰਨ ਦੁਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰੋਜ਼ਾਨਾ ਹੀ ਸਿੱਖ ਸੰਗਤਾਂ ਨੂੰ ਆਉਣ ਵਾਲੇ ਸਮੇਂ ਦੇ ਲਈ ਅਨੇਕਾਂ ਤਰ੍ਹਾਂ ਦੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜੋ ਅੱਗੇ ਸਤਿਗੁਰਾਂ ਦਾ ਇਹ ਪਵਿੱਤਰ ਅਧਿਆਇਆ ਚੱਲ ਰਿਹਾ, ਇਹਦੇ ਵਿੱਚ ਸਤਿਗੁਰੂ ਯੋਧਿਆਂ ਨੂੰ, ਸੂਰਮਿਆਂ ਨੂੰ, ਸਿੰਘਾਂ ਨੂੰ ਇਹ ਦੱਸ ਰਹੇ ਹਨ ਕਿ ਜੰਗ ਦੇ ਮੈਦਾਨ ਵਿੱਚ ਅਸੀਂ ਕਿਸ ਤਰ੍ਹਾਂ ਰਹਿਣਾ ਹੈ। ਆਓ ਇਹਨਾਂ ਵਿਚਾਰਾਂ ਨੂੰ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਨਿਤ ਪ੍ਰਤ ਗੁਰ ਉਪਦੇਸ਼ ਹੀ ਸੁਖ ਸਾਧਨ ਕੇ ਮੁਖ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰੋਜ਼ਾਨਾ ਹੀ ਗੁਰਸਿੱਖਾਂ ਨੂੰ ਸੁੱਖਾਂ ਦੇ ਸਾਧਨ, ਸੁੱਖਾਂ ਦੇ ਦੇਣ ਵਾਲੇ ਸਾਧਨ, ਖਾਸ ਉਪਦੇਸ਼ ਤੇ ਸੁੱਖ ਕਿੱਥੋਂ ਨਿਕਲਦਾ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਨੰਬਰ 1 ਤਾਂ ਪਰਮੇਸ਼ਰ ਦਾ ਸਿਮਰਨ ਕਰਨਾ, ਤੇ ਦੂਸਰਾ ਨੰਬਰ ਹੈ ਜਿਸ ਕੰਮ ਦੇ ਵਿੱਚ ਤੁਸੀਂ ਹੋ ਉਸ ਕੰਮ ਦੇ ਵਿੱਚ ਇਮਾਨਦਾਰੀ ਨਾਲ ਉਸ ਕੰਮ ਨੂੰ ਕਰਨਾ। ਕੋਈ ਵੀ ਕੰਮ ਹੈ A to Z, ਚਾਹੇ ਗੁਰੂ ਪਿਆਰਿਓ ਤੁਸੀਂ ਨੌਕਰੀ ਕਰਦੇ ਹੋ, ਮਜ਼ਦੂਰੀ ਕਰਦੇ ਹੋ, ਤੇ ਚਾਹੇ ਜੰਗ ਦੇ ਮੈਦਾਨ ਵਿੱਚ ਯੋਧਾ ਖੜਾ ਹੈ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੰਘਾਂ ਨੂੰ ਸਮਝਾ ਰਹੇ ਹਨ। ਸੁਗਮ ਪਾਏ ਕਲਿਆਣ ਕੋ ਕਰੇ ਨਿਵਾਰਨ ਦੁਖ। ਸਹਿਜੇ ਹੀ ਜਿਨ੍ਹਾਂ ਦੇ ਨਾਲ ਜੀਵ ਦੀ ਮੁਕਤੀ ਹੁੰਦੀ ਹੈ ਤੇ ਦੁੱਖਾਂ ਦਾ ਨਿਵਾਰਨ ਹੁੰਦਾ ਹੈ, ਖਾਤਮਾ ਹੁੰਦਾ ਹੈ ਜੀ। ਸੁਖਮ ਮਤ ਨੈ ਪੜਨ ਮੈਂ ਤਿਮੀ ਸਵਰਨ ਮਜ਼ਾਰ। ਜਿਵੇਂ ਕਹਿੰਦੇ ਕੇਵਲ ਗੁਰਬਾਣੀ ਦੇ ਪੜ੍ਹਨ ਸਮੇਂ ਸੁਖਮ ਮਤ ਨਹੀਂ ਧਾਰਨ ਕਰਦੇ, ਭਾਵ ਗੁਰਬਾਣੀ ਉਚਾਰਦੇ ਹੋਏ ਪੂਰਾ ਧਿਆਨ ਵਿੱਚ ਲਾ ਕੇ ਉਸ ਦਾ ਲਗਾ ਮਾਤਰਾ ਦਾ ਸਹੀ ਉਚਾਰਨ ਨਹੀਂ ਕਰਦੇ, ਤਾਂ ਫਿਰ ਉਹਨਾਂ ਨੂੰ ਗੁਰਬਾਣੀ ਦੀ ਕਿਵੇਂ ਸਮਝ ਪੈ ਸਕਦੀ ਹੈ।
ਇਸੇ ਤਰ੍ਹਾਂ ਤੁਸੀਂ ਸੁਣਨ ਵਾਲੇ ਵੀ ਪੂਰੇ ਧਿਆਨ ਨਾਲ ਸੁਣੋਗੇ ਤਾਂ ਸਮਝ ਆਊਗੀ। ਪਾਤਸ਼ਾਹ ਜੀ ਕਹਿੰਦੇ ਜਿਵੇਂ ਕੋਈ ਬਾਣੀ ਨੂੰ ਪੜ੍ਹਦੇ ਆ ਜਾਂ ਸੁਣਦੇ ਆ ਪੂਰੀ ਸੁਰਤ ਨੂੰ ਸ਼ਬਦ ਵਿੱਚ ਨਹੀਂ ਲਾਉਂਦਾ ਜੀ। ਕਾਰਨ ਜੰਗ ਤਿਨ ਪ੍ਰਤ ਕਹੈ ਸੁਰ ਪਰ ਬਸੇ ਜੁਝਾਰ। ਔਰ ਜਿਸ ਤਰ੍ਹਾਂ ਸਿਮਰਨ ਕਰਨ ਵਿੱਚ, ਪਾਠ ਕਰਨ ਵਿੱਚ, ਨਿਤਨੇਮ ਕਰਨ ਵਿੱਚ ਸਾਡਾ ਪੂਰਾ ਧਿਆਨ ਚਾਹੀਦਾ, ਉਸੇ ਤਰ੍ਹਾਂ ਜੰਗ ਦੇ ਮੈਦਾਨ ਵਿੱਚ ਵੀ ਸਾਨੂੰ ਪੂਰਾ ਧਿਆਨ ਦੇਣਾ ਚਾਹੀਦਾ। ਜੰਗ ਦੇ ਮੈਦਾਨ ਵਿੱਚ ਵੀ ਪ੍ਰੀਤ ਕਰਨੀ ਚਾਹੀਦੀ ਹੈ ਆਪਣੇ ਸ਼ਸਤਰ ਨਾਲ। ਔਰ ਇਹੋ ਜਿਹਾ ਜਿਹੜਾ ਮਨੁੱਖ ਹੈ, ਸੂਰਮਾ ਹੈ, ਯੋਧਾ ਹੈ, ਸੁਰਪੁਰ ਵਸੇ ਮਝਾਰ, ਉਹ ਯੋਧਾ ਸੱਚਖੰਡ ਵਾਸੀ ਹੁੰਦਾ, ਸਵਰਗਾਂ ਨੂੰ, ਦੇਵਲੋਕ ਨੂੰ ਜਾਂਦਾ ਜੀ। ਏਕ ਦੇਨ ਕਰ ਪ੍ਰਾਨ ਪ੍ਰਹਿ ਕਾਤਰ ਸ਼ੁਭ ਮਤਹੀਨ। ਉਹ ਲੋਕ ਜਿਹੜੇ ਜੰਗ ਦੇ ਮੈਦਾਨ ਵਿੱਚ ਆਪਣੇ ਮਾਲਕ ਨੂੰ ਪਿੱਠ ਦੇ ਕੇ ਭੱਜ ਜਾਣ। ਜਿਸ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਕੁਝ ਪਠਾਨ ਆਏ ਸਨ ਤੇ ਸਤਿਗੁਰਾਂ ਨੇ ਉਹਨਾਂ ਪਠਾਨਾਂ 'ਚੋਂ ਇੱਕ ਪਠਾਨ ਦਾ ਪੁੱਤਰ ਬੱਚਾ ਨਿੱਕਾ ਜਿਹਾ ਉਹ ਰੱਖ ਲਿਆ ਤੇ ਉਹਨੂੰ ਪਾਲਣਾ ਪੋਸ਼ਣਾ ਕਰਕੇ ਬੜਾ ਵੱਡਾ ਕੀਤਾ, ਚੰਗਾ ਯੋਧਾ ਬਣਾਇਆ। ਔਰ ਐਸੀ ਪ੍ਰੈਕਟਿਸ ਉਸ ਦੀ ਕਰਵਾਈ, ਐਸਾ ਉਸ ਦਾ ਗੁਰੂ ਪਿਆਰੋ ਕਸਰਤਾਂ ਕਰਵਾਈਆਂ ਕਿ ਇੰਨੀ ਤਾਕਤ ਭਰ ਦਿੱਤੀ। ਜਿਸ ਤਰ੍ਹਾਂ ਹੁਣ ਆ ਬਾਹਰਲੇ ਦੇਸ਼ਾਂ ਦੇ ਬੜੇ ਮੋਟੇ ਮੋਟੇ ਬੰਦੇ ਜੋ ਇੱਕ ਦੂਜੇ ਨੂੰ ਕੁੱਟ ਕੇ ਲੜਦੇ ਆ, ਇਸ ਤਰ੍ਹਾਂ ਉਹ ਅਭਿਆਸ ਕਰਕੇ ਇੰਨੇ ਹੋਏ ਨੇ। ਸਤਿਗੁਰ ਨੇ ਪੈਂਦੇ ਖਾਂ ਵਿੱਚ ਇੰਨੀ ਪਾਵਰ ਭਰਤੀ ਕਿ ਹਾਥੀ ਨੂੰ ਸੁਣ ਤੋਂ ਫੜ ਕੇ ਰੋਕ ਦੇ। ਵੇਖੋ ਸਤਨਾਮ। ਪਰ ਅਖੀਰ ਤੇ ਜਾ ਕੇ ਉਹ ਆਪਣੇ ਮਾਲਕ ਦੇ ਹੀ ਐਂਟੀ ਹੋ ਗਿਆ। ਪਠਾਨਾਂ ਦੇ ਬੱਚਾ ਸੀਗਾ ਤੇ ਅੰਦਰੋਂ ਪਠਾਣੀ ਸੁਭਾਵ ਜਾਗ ਪਿਆ ਤੇ ਪਠਾਨਾਂ ਨਾਲ ਜਾ ਕੇ ਰਲ ਗਿਆ, ਪਾਤਸ਼ਾਹ ਦੇ ਨਾਲ ਐਂਟੀ ਹੋ ਕੇ ਲੜਿਆ। ਤੇ ਜਿਹੜਾ ਆਪਣੇ ਮਾਲਕ ਨੂੰ ਇਸ ਤਰ੍ਹਾਂ ਜੰਗ ਦੇ ਮੈਦਾਨ ਵਿੱਚ ਪਿੱਠ ਦੇ ਜਾਵੇ, ਜਿਵੇਂ ਗੁਰੂ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ 500 ਪਠਾਨ ਇੱਕ ਫਕੀਰ ਨੇ ਭਰਤੀ ਕਰਵਾ ਦਿੱਤੇ ਆਪਣੀ ਸ਼ਾਦੀ ਦੇ ਕੇ, ਕਿਉਂਕਿ ਉਹ ਪਠਾਨ ਪਹਿਲਾਂ ਵਿਹਲੇ ਫਿਰਦੇ ਸਨ, ਕੋਈ ਉਹਨਾਂ ਨੂੰ ਨੌਕਰੀ ਤੇ ਨਹੀਂ ਸੀ ਰੱਖਦਾ। ਤੇ ਉਸ ਫਕੀਰ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਚੰਗੀ ਆਉਣੀ ਜਾਣੀ ਸੀ, ਚੰਗਾ ਪਿਆਰ ਸੀਗਾ ਤੇ ਉਹਨੇ ਆਪਣੀ ਜਾਮਣੀ ਦੇ ਕੇ ਭਰਤੀ ਕਰਾਤੇ। ਪਰ ਪਹਿਲਾਂ ਵਿਹਲੀਆਂ ਖਾਂਦੇ ਰਹੇ, ਤਨਖਾਹਾਂ ਲੈਂਦੇ ਰਹੇ। ਜਦੋਂ ਭੰਗਾਣੀ ਦੇ ਜੰਗ ਦਾ ਸਮਾਂ ਆਇਆ, ਭੰਗਾਣੀ ਦੇ ਜੰਗ ਦੀ ਗੱਲ ਹੈ, ਤੇ ਜਦੋਂ ਉਹ ਜੰਗ ਦਾ ਸਮਾਂ ਆਇਆ ਤੇ ਉਦੋਂ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਔਰ ਇਹਨਾਂ ਵੀ 4 ਜਰਨੈਲ ਸੀ, ਇੱਕ ਜਰਨੈਲ ਤਾਂ ਬੈਠਾ ਰਿਹਾ, 3 ਜਰਨੈਲ ਆਪਣੀ ਫੌਜ ਲੈ ਕੇ ਤੇ ਸਤਿਗੁਰਾਂ ਦੇ ਕੋਲੋਂ ਬਹਾਨੇ ਜੇ ਮਾਰਦੇ ਆ, ਛੁੱਟੀਆਂ ਦਿਓ ਜੀ, ਘਰੇ ਵਿਆਹ ਆ ਗਏ, ਸਾਡੇ ਪਠਾਨਾਂ ਦੇ ਵਿਆਹ ਰੱਖੇ ਹੋਏ ਨੇ। ਪਾਤਸ਼ਾਹ ਕਹਿੰਦੇ ਹੁਣ ਤਾਂ ਜੰਗ ਕਰਨੀ ਹੈ, ਹੁਣ ਤਾਂ ਛੁੱਟੀ ਲੈਣ ਦਾ ਸਮਾਂ ਹੀ ਨਹੀਂਗਾ। ਕਹਿੰਦੇ ਜੀ ਅਸੀਂ ਤਾਂ ਛੁੱਟੀ ਲੈਣੀ ਆ। ਪਾਤਸ਼ਾਹ ਨੇ ਛੁੱਟੀ ਨਾ ਦਿੱਤੀ। 3 ਜਰਨੈਲ ਆਪਣੀ ਫੌਜ ਲੈ ਕੇ ਭੱਜ ਗਏ। ਔਰ ਭੱਜੇ ਹੀ ਨਹੀਂ, ਦੂਜੇ ਪਾਸਿਓਂ ਦੁਸ਼ਮਣ ਨਾਲ ਰਲ ਕੇ ਲੜਨ ਲੱਗੇ। ਬਈ ਹੁਣ ਤਾਂ ਆਪਾਂ ਇੰਨੇ ਹੋ ਗਏ, ਗੁਰੂ ਕੋਲੇ ਸਿੱਖਾਂ ਦੀ ਫੌਜ ਥੋੜੀ ਹੋਈ ਆ, ਤੇ ਇਸ ਤਰ੍ਹਾਂ ਕੀ ਹੋਵੇਗਾ, ਅਸੀਂ ਉਹਨਾਂ ਨੂੰ ਹਰਾ ਦੇਵਾਂਗੇ, ਸਿੱਖਾਂ ਨੂੰ ਭਜਾ ਦੇਵਾਂਗੇ ਤੇ ਉਹਨਾਂ ਕੋਲੇ ਅਰਬਾਂ ਦਾ ਖਜ਼ਾਨਾ ਪਿਆ ਇਕੱਠਾ ਹੋਇਆ, ਆਪਾਂ ਲੁੱਟ ਲਵਾਂਗੇ। ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਉਹ ਸੂਰਮਾ, ਉਹ ਯੋਧਾ ਜਿਹੜਾ ਜੰਗ ਦੇ ਮੈਦਾਨ ਵਿੱਚ ਆਪਣੇ ਮਾਲਕ ਨੂੰ, ਆਪਣੇ ਪਿਆਰੇ ਨੂੰ ਪਿੱਠ ਦੇ ਕੇ ਭੱਜ ਜਾਵੇ, ਉਹ ਕਾਤਰ ਸ਼ੁਭ ਮਤਹੀਨ, ਉਹ ਵੱਡਾ ਕਾਤਰ ਭਾਵ ਕਮਜ਼ੋਰ ਹੈ, ਕਾਇਰ ਹੈ, ਉਹਨੂੰ ਕਦੇ ਵੀ ਚੰਗੀ ਮੱਤ ਵਾਲਾ ਨਹੀਂ ਕਹਿ ਸਕਦੇ ਜੀ। ਆਪ ਭਲਾਵੇ ਅਪਰ ਕੈ ਧੀਰਜ ਕਰਤਾ ਛੀਨ। ਇਹੋ ਜਿਹੇ ਬੰਦੇ ਨੂੰ ਤਾਂ ਜੰਗ ਵਿੱਚ ਰੱਖਣਾ ਹੀ ਨਹੀਂ ਚਾਹੀਦਾ, ਜਿਹਦਾ ਪਹਿਲਾਂ ਪਤਾ ਹੋਵੇ ਕਿ ਇਹ ਧੀਰਜ ਛੱਡ ਜਾਊਗਾ। ਉਹ ਚੱਲਦੇ ਜੰਗ ਵਿੱਚੋਂ ਆਪ ਭੱਜ ਲੈਂਦਾ ਤੇ ਕਈ ਵਾਰੀ ਉਹਨੂੰ ਭੱਜਦੇ ਨੂੰ ਦੇਖ ਕੇ ਦੂਜੇ ਸਮਝਦੇ ਆ ਪਤਾ ਨਹੀਂ ਕੀ ਆਫਤ ਆ ਗਈ, ਫੌਜ ਨੂੰ ਵੀ ਭਜਾ ਦਿੰਦਾ। ਬਹੁ ਪਾਪਨ ਫਲ ਭੋਗਤਾ ਕਰੀ ਨਰਕ ਮੈਂ ਸੋਏ। ਇਹੋ ਜਿਹਾ ਜਿਹੜਾ ਯੋਧਾ ਹੈ, ਮੈਂ ਉਹਨੂੰ ਯੋਧਾ ਨਹੀਂ ਕਹਿੰਦਾ, ਇਹੋ ਜਿਹਾ ਕਾਇਰ ਬੰਦਾ ਪਾਪਾਂ ਦਾ ਭਾਗੀ ਹੈ, ਪਾਪਾਂ ਨੂੰ ਭੋਗਦਾ ਤੇ ਨਰਕਾਂ ਵਿੱਚ ਪੈਂਦਾ ਜੀ। ਪਾਏ ਭਾਜ ਕੈ ਨਿਜ ਭਾਜ ਕੈ ਧਰਮ ਪ੍ਰਹਾਰੀ ਹੋਏ। ਪਾਏ ਭਾਜ ਨਿਜ ਭਾਜ ਕੈ, ਆਪ ਜੰਗ ਦੇ ਮੈਦਾਨ ਚੋਂ ਭੱਜ ਕੇ ਦੂਜੇ ਯੋਧਿਆਂ ਨੂੰ ਵੀ ਖਤਰਾ ਪੈਦਾ ਕਰ ਦਿੰਦਾ ਹੈ। ਉਹ ਵੀ ਸੋਚਦੇ ਆ ਪਤਾ ਨਹੀਂ ਕੀ ਹੋ ਗਿਆ।
ਇਹੋ ਜਿਹਾ ਯੋਧਾ ਜਿਹੜਾ ਹੈ ਆਪਣੇ ਧਰਮ ਤੋਂ ਹਾਰ ਗਿਆ। ਯੋਧੇ ਦਾ ਧਰਮ ਹੈ ਸ਼ਸਤਰ ਲੈ ਕੇ ਲੜਨਾ। ਗ੍ਰਸਤੀ ਦਾ ਧਰਮ ਹੈ ਉਹਦੇ ਘਰੇ ਖਾਣ ਪੀਣ ਦਾ ਸਾਰਾ ਇੰਤਜ਼ਾਮ ਹੈ। ਉਹਦਾ ਧਰਮ ਹੈ ਦਰ ਤੇ ਆਏ ਨੂੰ ਭੁੱਖਾ ਨਾ ਮੋੜਨਾ। ਸਭ ਦੇ ਆਪੋ ਆਪਣੇ ਧਰਮ ਹਨ। ਆਪਾਂ ਯੋਧੇ ਦੀ ਗੱਲ ਕਰ ਰਹੇ ਹਾਂ। ਛਤਰੀਆਂ ਤੇ ਧਰਮ ਛੋੜਿਆ ਮਲੇਸ਼ ਭਾਖਿਆ ਗਹੀ। ਭਾਰਤ ਵਰਸ਼ ਦੇ ਛਤਰੀਆਂ ਨੇ ਸ਼ਸਤਰ ਛੱਡ ਦਿੱਤੇ ਔਰ ਤੇ ਜਦੋਂ ਮੁਗਲਾਂ ਨੇ ਇਹਨਾਂ ਨੂੰ ਗੁਲਾਮ ਬਣਾ ਲਿਆ ਫਿਰ ਉਹਨਾਂ ਦੀ ਬੋਲੀ ਬੋਲਣ ਲੱਗੇ। ਕੋਈ ਸਤਨਾਮ ਡਰ ਗਏ ਜੋ ਸ਼ਸਤਰ ਚੱਕਣਾ ਬੰਦ ਕਰ ਦਿੱਤਾ। ਇਸ ਕਰਕੇ ਬਾਬਾ ਜੀ ਕਹਿੰਦੇ ਇਹੋ ਜਿਹਾ ਯੋਧਾ ਜਿਹੜਾ ਹੈ ਉਹ ਯੋਧਾ ਨਹੀਂ ਆ, ਕਹਿਰ ਹੈ, ਨਰਕਾਂ ਨੂੰ ਜਾਂਦਾ ਹੈ। ਉਹ ਆਪਣੇ ਧਰਮ ਤੋਂ ਡਿੱਗ ਪਿਆ ਸਮਝੋ ਜੀ। ਜੰਗ ਵੇਖੇ ਨੈ ਸੰਗ ਲਿਹੋ ਸੰਗ ਜੇ ਰਹੇ ਪਿਛਾਰ। ਇਹੋ ਜਿਹੇ ਬੰਦੇ ਨੂੰ ਕਦੇ ਵੀ ਜੰਗ ਵਿੱਚ ਨਾਲ ਨਾ ਲੈ ਕੇ ਜਾਓ। ਜੱਜਮੈਂਟ ਹੋ ਜਾਂਦੀ ਹੈ। ਉਹ ਹਮੇਸ਼ਾ ਪਿੱਛੇ ਪਿੱਛੇ ਚੱਲੇਗਾ। ਡਰਦਾ ਹੋਵੇਗਾ ਨਾ ਆਪਾਂ ਪਿੱਛੇ ਹੀ ਰਹੋ। ਜੇ ਜਿੱਤ ਗਏ ਤਾਂ ਬੱਲੇ ਬੱਲੇ, ਨਹੀਂ ਤਾਂ ਆਪਦੀ ਜਾਨ ਤਾਂ ਬਚਾਓ, ਮਗਰ ਮਗਰ ਰਹਾਂਗੇ। ਇਹੋ ਜਿਹੇ ਬੰਦੇ ਨੂੰ ਜਿਹੜਾ ਜੰਗ ਦੇ ਮੈਦਾਨ 'ਚ ਪਿੱਛੇ ਹਟਦਾ ਹੋਵੇ ਉਸ ਨੂੰ ਜੰਗ ਵਿੱਚ ਨਾ ਹੀ ਲਿਜਾਓ। ਜੋਧਾ ਅਗਰ ਵਧੇ ਅਧਿਕ ਨਿਰਭੈ ਧੀਰਜ ਧਾਰ। ਹਾਂ, ਉਹ ਯੋਧਾ ਹੈ ਜਿਹੜਾ ਜੰਗ ਦੇ ਮੈਦਾਨ ਵਿੱਚ ਅੱਗੇ ਵੱਧ ਕੇ ਲੜਦਾ ਹੈ। ਉਤਮ ਮੱਧਮ ਅਦਮ ਹੈ ਜੋਧਾ ਤੀਨ ਪ੍ਰਕਾਰ। ਯੋਧੇ ਤਿੰਨ ਤਰ੍ਹਾਂ ਦੇ ਹੁੰਦੇ ਹਨ। ਕੱਲ ਆਪਾਂ ਵਿਚਾਰਾਂ ਇੱਥੇ ਛੱਡੀਆਂ ਸੀ। ਕਹਿੰਦੇ ਯੋਧੇ ਤਿੰਨ ਤਰ੍ਹਾਂ ਦੇ ਹੁੰਦੇ ਹਨ, ਉੱਤਮ, ਮੱਧਮ ਤੇ ਅਦਮ। ਉੱਤਮ ਸਭ ਤੋਂ ਚੰਗਾ, ਮੱਧਮ ਥੋੜਾ ਕੁ ਚੰਗਾ ਤੇ ਅਦਮ ਕਹਿੰਦੇ ਆ ਪਾਪੀ ਨੂੰ, ਜਿਹੜਾ ਇਸ ਤਰ੍ਹਾਂ ਜੰਗ ਦੇ ਮੈਦਾਨ ਵਿੱਚੋਂ ਭੱਜ ਜਾਵੇ। ਅਭਿਆਸੀ ਸ਼ਸਤਰਨ ਹੱਤਨ ਨਿਤ ਪ੍ਰਤ ਬਾਰੰਬਾਰ। ਕਹਿਣਗੇ ਅਭਿਆਸ ਹੈ ਜਿਹੜਾ ਰੋਜ਼ਾਨਾ ਅਭਿਆਸ ਕਰਦਾ ਸ਼ਸਤਰਾਂ ਦੇ ਚਲਾਉਣ ਦਾ, ਉਹ ਉੱਤਮ ਯੋਧਾ ਹੈ। ਭਾਵ ਅਭਿਆਸ ਨਹੀਂ ਛੱਡਣਾ ਚਾਹੀਏ। ਜਿਸ ਤਰ੍ਹਾਂ ਹਰਗੋਬਿੰਦ ਸਾਹਿਬ ਮਹਾਰਾਜ ਨੇ 4 ਜੰਗ ਕੀਤੇ। ਉਹਨਾਂ ਨੇ ਸਮੇਂ 2200 ਘੋੜਸਵਾਰ ਫੌਜ ਤਿਆਰ ਪਰ ਤਿਆਰ ਸੀ। ਉਹਨਾਂ ਨੇ ਗੁਰਤਾ ਗੱਦੀ ਹਰ ਰਾਏ ਸਾਹਿਬ ਨੂੰ ਦਿੱਤੀ। ਨਾਲ ਹੀ ਉਹ ਫੌਜ ਵੀ ਸੌਂਪ ਦਿੱਤੀ ਤੇ ਕਿਹਾ ਵੀ ਫੌਜ ਬਣਾ ਕੇ ਰੱਖਣੀ ਹੈ, ਜੰਗ ਨਹੀਂ ਕਰਨਾ ਪੈਣਾ। ਸੋਨੂੰ ਜੰਗ ਵੀ ਜਾਣ ਦੀ ਲੋੜ ਨਹੀਂ ਪੈਣੀ। ਵੈਸੇ ਫੌਜ ਦਾ ਅਭਿਆਸ ਨਹੀਂ ਬੰਦ ਕਰਨਾ। ਕੋਈ ਸਤਨਾਮ। ਇਹ 2200 ਘੋੜਸਵਾਰ ਫੌਜ ਤਿਆਰ ਪਰ ਤਿਆਰ ਰੱਖਣੀ ਹੈ। ਜਿਹੜਾ ਤੁਹਾਡੇ ਤੇ ਚੜ੍ਹ ਕੇ ਆਵੇਗਾ ਉਹ ਰਾਹ 'ਚ ਹੀ ਖਤਮ ਹੋ ਜਾਵੇਗਾ। ਇਹ ਵੀ ਵਚਨ ਕਰ ਗਏ 6ਵੇਂ ਪਾਤਸ਼ਾਹ 7ਵੇਂ ਗੁਰੂ ਨੂੰ। ਤੇ ਨਾਲ ਹੀ ਇਹ ਕਹਿ ਗਏ ਕਿ ਫੌਜ ਖਤਮ ਨਹੀਂ ਕਰਨੀ, ਘੋੜੇ ਵੀ ਰੱਖਣੇ ਆ, ਯੋਧੇ ਵੀ ਰੱਖਣੇ ਆ। ਤੇ ਯੋਧਿਆਂ ਨੇ ਅਭਿਆਸ ਨਹੀਂ ਛੱਡਣਾ। ਜਿਹੜਾ ਹਮੇਸ਼ਾ ਸ਼ਸਤਰਾਂ ਦਾ ਅਭਿਆਸ ਕਰਦਾ ਹੈ ਉਹ ਉੱਤਮ ਯੋਧਾ ਹੈ। ਕਿ ਜੰਗ ਲੜਤਾ ਰਹੇ ਬਾਮ ਦਾਹਨੇ ਹੋਏ। ਔਰ ਜੰਗ ਦੇ ਮੈਦਾਨ ਵਿੱਚ ਟਿਕ ਕੇ ਲੜਦਾ ਹੈ, ਚਾਹੇ ਕਿ ਉਹ ਆਪਣੇ ਘੋੜੇ ਨੂੰ ਹਿਲਾ ਕੇ ਖੱਬੇ ਸੱਜੇ ਹੁੰਦਾ ਰਵੇ। ਹੋਣਾ ਪੈਂਦਾ, ਦੁਸ਼ਮਣ ਤੋਂ ਬਚਣਾ ਵੀ ਪੈਂਦਾ, ਦੁਸ਼ਮਣ ਨੂੰ ਮਾਰਨਾ ਵੀ ਪੈਂਦਾ, ਪਰ ਜਿਹੜਾ ਪਿੱਛੇ ਨਾ ਭੱਜੇ ਐਸਾ ਯੋਧਾ ਉੱਤਮ ਹੁੰਦਾ ਹੈ। ਸਨਮੁਖ ਹੱਥੇ ਕੇ ਹੀਲ ਮੈਂ ਸ਼ਤਰੂ ਬਿਨਾਸੇ ਜੋਏ। ਔਰ ਸਨਮੁਖ ਹੋ ਕੇ ਜਿਹੜਾ ਸ਼ਤਰੂ ਨੂੰ ਮਾਰਦਾ ਹੈ, ਹਤਨਾ ਮਾਰਨਾ ਕਰਦਾ, ਸ਼ਸਤਰ ਚਲਾਉਂਦਾ ਹੈ। ਔਰ ਚਾਹੇ ਉਹ ਆਪ ਖਤਮ ਹੋ ਜਾਵੇ ਪਰ ਪਿੱਛੇ ਨਹੀਂ ਹਟਣਾ। ਜਿਨ੍ਹਾਂ ਨੇ ਆਪਣੇ ਮੂੰਹ ਤੇ ਇਸ ਤਰ੍ਹਾਂ ਲੋਹੇ ਦੇ ਫੱਟ ਖਾਧੇ, ਛਾਤੀ ਤੇ ਫੱਟ ਖਾਧੇ ਲੋਹੇ ਦੇ ਸ਼ਸਤਰਾਂ ਦੇ, ਉਹ ਉੱਤਮ ਯੋਧੇ ਹਨ। ਟਿਕੀ ਜੰਗ ਮੈਂ ਅਗਰ ਵੱਧ ਮਾਰੇ ਰਿਪ ਕੋ ਧਾਏ। ਔਰ ਇੱਕ ਉਹ ਯੋਧਾ ਹੈ ਜਦੋਂ ਭਿਆਨਕ ਜੰਗ ਹੋ ਗਿਆ ਤੇ ਬਚ ਕੇ ਪਿੱਛੇ ਹਟਦਾ ਹੈ, ਪਰ ਜਦੋਂ ਥੋੜਾ ਜੰਗ ਮੱਠਾ ਹੋ ਗਿਆ ਫਿਰ ਉਹ ਅੱਗੇ ਵੱਧ ਕੇ 5-7 ਨੂੰ ਮਾਰ ਲੈਂਦਾ ਹੈ। ਆਦਮ ਜੋਧਾ ਜਾਣੀਐ ਪਰ ਦਲ ਦੇ ਚਲਾਏ। ਔਰ ਉਸ ਨੂੰ ਅਸੀਂ ਮੱਧਮ ਯੋਧਾ ਕਹਿੰਦੇ ਹਾਂ, ਭਾਵ ਉਹ ਉੱਤਮ ਯੋਧੇ ਤੋਂ ਥੱਲੇ ਹੈ। ਜਦੋਂ ਜੰਗ ਗਹਿ ਚੱਲ ਪੈਂਦਾ, ਜੰਗ ਦੇ ਵਿੱਚ ਕਈ ਵਾਰੀ ਤੇਜ਼ੀ ਆ ਜਾਂਦੀ ਹੈ, ਕਈ ਵਾਰੀ ਮੱਠਾਪਣ ਆ ਜਾਂਦਾ। ਜਦੋਂ ਤੇਜ਼ੀ ਹੁੰਦੀ ਆ ਉਦੋਂ ਪਿੱਛੇ ਹਟਦਾ, ਤੇ ਜਦੋਂ ਥੋੜ੍ਹਾ ਜਿਹਾ ਹੌਲੀ ਹੋ ਜਾਂਦਾ ਜੰਗ ਦਾ ਮੈਦਾਨ ਉਦੋਂ ਅੱਗੇ ਹੋ ਕੇ ਲੜਦਾ ਹੈ।
ਉਹ ਮੱਧਮ ਯੋਧਿਆਂ ਵਿੱਚ ਗਿਣਿਆ ਜਾਂਦਾ ਜੀ। ਭਾਜਿਓ ਪਰ ਦਲ ਦੇਖ ਕੈ ਦੇ ਤ੍ਰਿਤ ਸਭਨ ਹਟਾਏ। ਔਰ ਉਹ ਹੈ ਜਿਹੜਾ ਅਦਮ ਯੋਧਾ, ਅਦਮ ਸਭ ਤੋਂ ਨੀਚ, ਅਦਮ ਪਾਪੀ ਨੂੰ ਵੀ ਕਹਿੰਦੇ ਹਨ। ਕਹਿੰਦੇ ਉਹ ਯੋਧਾ ਨੀਚ ਹੈ, ਅਦਮ ਹੈ, ਪਾਪੀ ਹੈ। ਜਦੋਂ ਸਾਹਮਣਿਓਂ ਆਉਂਦਾ ਦਲ ਦੇਖ ਕੇ ਧੀਰਜ ਛੱਡ ਜਾਵੇ, ਆਪਣਾ ਹੀ ਨਹੀਂ ਦੂਜਿਆਂ ਦਾ ਵੀ ਕਈਆਂ ਦਾ ਤੋੜ ਦੇਵੇ। ਭਾਜਿਓ ਪਰ ਦਲ ਦੇਖ ਕੈ ਦੇ ਤ੍ਰਿਤ ਸਭਨ ਹਟਾਏ। ਔਰ ਭੱਜ ਲਵੇ, ਆਉਂਦਾ ਦਲ ਦੇਖ ਕੇ ਭੱਜ ਲਵੇ, ਉਹਨੂੰ ਦੇਖ ਕੇ ਹੋਰ ਵੀ ਕਈ ਭੱਜ ਲੈਂਦੇ ਹਨ। ਤੇਰੇ ਆਬਰਿਤ ਸੁਮੁਖ ਹੱਥ ਉਤਮ ਲਖੋ ਸੁਭਾਏ। ਇਸ ਤਰ੍ਹਾਂ ਉਹ ਆਪ ਮੁੜ ਕੇ ਵੈਰੀ ਦੇ ਸਾਹਮਣੇ ਹੋ ਕੇ ਨਹੀਂ ਲੜਦਾ, ਨਹੀਂ ਮਰਦਾ। ਐਸੇ ਯੋਧੇ ਨੂੰ ਅਦਮ ਯੋਧਾ ਕਹਿੰਦੇ ਹਨ। ਦਲ ਬਲਾਏ ਤਰ ਤਰਾਸ ਕੋ ਟਿਕੇ ਨਾ ਪਾਏ ਜਮਾਏ। ਜਦੋਂ ਵੈਰੀ ਫੌਜ ਅੱਗੇ ਵੱਧ ਕੇ ਆ ਗਈ ਤੇ ਫੌਜ ਦੇ ਪੈਰ ਨਾ ਲੱਗਣ ਦੇਵੇ। ਦਸਤਰ ਤਿਨੋ ਬਹੋਰੇ ਨਾ ਜਿਮ ਜਲ ਹੜ ਕੋ ਜਾਏ। ਜੇ ਇੱਕ ਵਾਰੀ ਕਿਸੇ ਯੋਧੇ ਦੇ ਭੱਜਣ ਕਰਕੇ ਬਾਕੀ ਯੋਧਾ, ਬਾਕੀ ਫੌਜ ਵੀ ਖਿੰਡ ਜਾਵੇ ਤੇ ਫਿਰ ਇਕੱਠੀ ਕਰਨੀ ਉਵੇਂ ਹੀ ਔਖੀ ਆ ਜਿਵੇਂ ਹੜ੍ਹ ਦਾ ਪਾਣੀ ਰੋਕਣਾ ਔਖਾ ਹੈ। ਭਾਵ ਜੰਗ ਦੇ ਮੈਦਾਨ ਵਿੱਚੋਂ ਜੇ ਇੱਕ ਦੋ ਇਸ ਤਰ੍ਹਾਂ ਭੱਜ ਜਾਣ ਤੇ ਕਈ ਵਾਰੀ ਦੂਜੇ ਦੇਖ ਕੇ ਭੱਜ ਜਾਂਦੇ ਆ, ਫਿਰ ਫੌਜ ਖਿੰਡ ਜਾਂਦੀ ਹੈ। ਮ੍ਰਿਗ ਗਨ ਥੰਬੀ ਨਾ ਭਾਜਤੇ ਤਿਮ ਪਲਾਏ ਬੋ ਜੰਗ। ਇਹੋ ਜਿਹੇ ਆਦਮ ਯੋਧੇ, ਛੋਟੇ ਦਿਲ ਵਾਲੇ ਜਿਹੜੇ ਧੀਰਜ ਛੱਡ ਜਾਂਦੇ ਹਨ, ਫਿਰ ਖੜਦੇ ਨਹੀਂ, ਭੱਜ ਜਾਂਦੇ ਹਨ। ਕਬ ਤੀਰਜ ਤਰ ਹੋਏ ਖਰੋ ਜਿਮਰਨ ਥੰਬ ਨਿਸੰਗ। ਔਰ ਜਿਹੜਾ ਜੰਗ ਦੇ ਮੈਦਾਨ ਵਿੱਚ ਥੰਮ ਦੀ ਤਰ੍ਹਾਂ ਪੈਰ ਗੱਡ ਕੇ ਖੜ ਜਾਂਦਾ, ਉਹ ਉੱਤਮ ਯੋਧਾ ਹੈ। ਕਰੀ ਬਾਰ ਤਬ ਆਪਨੇ ਰਿਪਤੇ ਸਹਿ ਕੇ ਅੰਗ। ਔਰ ਉਹ ਉੱਤਮ ਯੋਧਾ ਹੈ ਜਿਹੜਾ ਜੰਗ ਦੇ ਮੈਦਾਨ ਵਿੱਚ ਆਪ ਵਾਰ ਕਰਦਾ ਹੈ ਤੇ ਦੁਸ਼ਮਣ ਦੇ ਵਾਰ ਝੱਲਦਾ ਹੈ। ਹਰੇ ਕਰੇ ਪਟ ਸੰਗ ਕੈ ਰੋਕੇ ਸ਼ਤਰਨ ਜੰਗ। ਔਰ ਖੜ ਕੇ ਜਾਂ ਘੁੰਮ ਕੇ ਜੰਗ ਦੇ ਮੈਦਾਨ ਵਿੱਚ ਜਿਹੜਾ ਸੂਰਮਿਆਂ ਨੂੰ ਰੋਕਦਾ ਹੈ ਔਰ ਉਹਨਾਂ ਤੇ ਸ਼ਸਤਰ ਚਲਾਉਂਦਾ ਹੈ। ਭਾਈ ਬਲਾਏ ਨਬੀਰ ਜੇ ਜੋ ਰੋਕੇ ਤਰ ਤੀਰ। ਔਰ ਜੇ ਭੱਜਦਿਆਂ ਹੋਇਆਂ ਨੂੰ ਜਿਹੜਾ ਰੋਕ ਲਵੇ, ਲਲਕਾਰਾ ਮਾਰਨਾ ਪੈਂਦਾ, ਰੁਕੋ ਠਹਿਰੋ ਆਦਿ ਆਦਿ ਕਰਕੇ। ਇਸ ਤਰ੍ਹਾਂ ਜਦੋਂ ਕੋਈ ਭੱਜਦੇ ਹੋਏ ਯੋਧਿਆਂ ਨੂੰ ਰੋਕ ਲਵੇ, ਫਲ ਪ੍ਰਾਪਤ ਸਮੇਤ ਕੋ ਉੱਤਮ ਸੂਰ ਅਬੀਰ। ਉਹ ਯੋਧਾ ਸਭ ਤੋਂ ਉੱਤਮ ਹੈ, ਉਸ ਨੂੰ ਅਸਮੇਧ ਜੱਗ ਦਾ ਫਲ ਮਿਲਦਾ ਹੈ। ਹੁਣ ਸਤਿਗੁਰਾਂ ਨੇ ਐਸੀਆਂ ਗੱਲਾਂ ਕਿਉਂ ਕਹੀਆਂ ਭਲਾ? ਤਾਂ ਕਿ ਸਾਡੇ ਯੋਧਿਆਂ ਦੇ ਵਿੱਚ ਇਹ ਤੱਤ ਭਰ ਜਾਵੇ, ਤਾਂ ਕਿ ਇਹ ਜੰਗ ਦੇ ਮੈਦਾਨ ਵਿੱਚ ਪੈਰ ਗੱਡ ਕੇ ਲੜਨ। ਜਦੋਂ ਕੋਈ ਯੋਧਾ ਪਿੱਛੇ ਹਟਦਾ ਹੈ, ਭੱਜਦਾ ਹੈ, ਤੇ ਉਦੋਂ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਕਈ ਵਾਰੀ। ਇਸ ਕਰਕੇ ਪਾਤਸ਼ਾਹ ਕਹਿੰਦੇ ਸੂਰਮੇ ਦਾ ਕੰਮ ਹੈ ਸ਼ਸਤਰ ਲੈ ਕੇ ਲੜਨਾ, ਤੇ ਉਸ ਨੂੰ ਬਹੁਤ ਵੱਡਾ ਫਲ ਮਿਲਦਾ ਹੈ ਜਿਹੜਾ ਪੈਰ ਅੜਾ ਕੇ ਲੜਦਾ ਹੈ। ਸੁਟਨ ਤੇ ਪਰਵਾਰਿਓ ਮਾਰੇ ਸਹਿ ਪ੍ਰਹਾਰ। ਜਿਹੜਾ ਸੂਰਮਿਆਂ ਦੇ ਵਿੱਚ ਘਿਰਿਆ ਹੋਇਆ ਵੀ ਆਪਣੇ ਸ਼ਸਤਰ ਨੂੰ ਚਲਾਉਂਦਾ ਰਹਿੰਦਾ। ਜਿਸ ਤਰ੍ਹਾਂ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦਿਆਂ ਨੇ ਜੰਗ ਦੇ ਮੈਦਾਨ ਵਿੱਚ ਜਦੋਂ ਜੰਗ ਕੀਤਾ ਤੇ ਇੱਕ ਵਾਰੀ ਮੁਗਲਾਂ ਨੂੰ, ਪਠਾਨਾਂ ਨੂੰ, ਪਹਾੜੀਆਂ ਨੂੰ ਐਂ ਲੱਗਿਆ ਜਿਵੇਂ ਕੋਈ ਹਨੇਰੀ ਆ ਗਈ ਹੁੰਦੀ ਆ, ਔਰ ਲੱਖਾਂ ਹੀ ਦੁਸ਼ਮਣਾਂ ਦਾ ਖਾਤਮਾ ਕਰਕੇ ਸਾਹਿਬਜ਼ਾਦੇ ਆਪਣੀ ਛਾਤੀ ਤੇ ਫੱਟ ਖਾਂਦੇ ਹੋਏ ਸ਼ਹੀਦੀਆਂ ਪਾਉਂਦੇ ਆ। ਤੇ ਸਤਿਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਸ਼ਾਬਾਸ਼ੇ ਵੀ ਦਿੰਦੇ ਆ ਤੇ ਪਰਮੇਸ਼ਰ ਨੂੰ ਬੇਨਤੀ ਕਰਦੇ ਆ, ਤੁਹਾਡੀ ਦਾਤ ਮਿਲੀ ਸੀ, ਇਹ ਤੁਹਾਡੇ ਕੋਲ ਵਾਪਸ ਆ ਗਈ, ਇਹਨੂੰ ਸੰਭਾਲੋ। ਕੋ ਸਤਨਾਮ। ਇਸ ਕਰਕੇ ਤਾਂ ਇਹ ਕਹਿਣ ਲੱਗਿਆ ਕਿ ਹੁਣ ਆਪਾਂ ਕੀ ਕਰੀਏ, ਆਪਾਂ ਚੱਲੀਏ, ਤੁਸੀਂ ਮੇਰੇ ਨਾਲ ਚੱਲੋ। ਜਿਹੜੇ ਇਹਦੇ ਮਾਝੇ ਦੇ ਮਸੰਦ ਦੇ ਨਾਲ ਦੇ ਸਾਥੀ ਸੀ, ਨੌਜਵਾਨ ਫੌਜ ਵਿੱਚ ਭਰਤੀ ਹੋਏ ਸੀ, ਉਹ ਵੀ ਇਹਦੇ ਨਾਲ ਭੱਜਣ ਨੂੰ ਤਿਆਰ ਹੋ ਗਏ। ਕੋ ਸਤਨਾਮ ਸੀ। ਉਹੀ ਸਨ ਜਿਹੜੇ ਘਰੋਂ ਘਰੀ ਗਏ ਤੇ
ਮਾਤਾ ਜੀ ਹੋਰਾਂ ਨੇ, ਬੀਬੀਆਂ ਨੇ, ਮਾਈਆਂ ਨੇ, ਭੈਣਾਂ ਨੇ ਇਹਨਾਂ ਨੂੰ ਫਿਟਕਾਰਾਂ ਪਾਈਆਂ ਵੀ ਜੰਗ ਦੇ ਮੈਦਾਨ ਵਿੱਚ ਗੁਰੂ ਸਾਹਿਬ ਨੂੰ ਛੱਡ ਕੇ ਤੁਸੀਂ ਕਿਉਂ ਆ ਗਏ। ਇਹ ਉਹੀ ਸਨ। ਬੇਦਾਵਾ ਲਿਖ ਕੇ ਉੱਥੇ ਨਹੀਂ ਗਏ ਸੀਗੇ, ਇਹ ਬੇਦਾਵਾ ਇਹਨਾਂ ਨੇ ਰਾਮਿਆਣ ਦੀ ਧਰਤੀ ਤੇ ਲਿਖਿਆ ਸੀਗਾ। ਜਦੋਂ ਮਾਤਾ ਜੀ ਆਪ ਇਹਨਾਂ ਦੀ ਜਰਨੈਲ ਬਣ ਕੇ ਇਹਨਾਂ ਨੂੰ ਇਕੱਠੇ ਕਰਕੇ ਲੈ ਕੇ ਆਈ ਤੇ ਦੁਨੀ ਚੰਦ ਨੂੰ ਕਲੰਕ ਲੱਗ ਗਿਆ ਨਾ, ਜੰਗ ਦੇ ਮੈਦਾਨ 'ਚੋਂ ਭੱਜ ਗਿਆ। ਅੱਜ ਜਦੋਂ ਯਾਦ ਕਰਦੇ ਆ ਤੇ ਦੁਨੀ ਚੰਦ ਨੂੰ ਭਗੌੜਾ ਕਹਿ ਕੇ ਯਾਦ ਕਰਦੇ ਆ, ਕੋਈ ਸਤਨਾਮ ਸੀ ਪੈਰ ਕਹਿ ਕੇ ਯਾਦ ਕਰਦੇ ਆ, ਇਹ ਕਲੰਕ ਲੱਗ ਗਿਆ। ਇਸ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਜੰਗ ਦੇ ਮੈਦਾਨ 'ਚੋਂ ਮਾਲਕ ਨੂੰ ਪਿੱਠ ਦੇ ਕੇ ਭੱਜ ਜਾਵੇ ਉਹਨੂੰ ਬਹੁਤ ਵੱਡਾ ਕਲੰਕ ਲੱਗ ਜਾਂਦਾ, ਕੋਈ ਸਤਨਾਮ ਸੀ। ਔਰ ਉਹਨੂੰ ਤਾਂ ਲੱਗਿਆ ਉਹਦੇ ਸਾਥੀਆਂ ਨੂੰ ਵੀ ਲੱਗ ਗਿਆ। ਤੇ ਜਿਸ ਵੇਲੇ ਮਾਤਾ ਜੀ ਇਹਨਾਂ ਦੇ ਜਰਨੈਲ ਬਣ ਕੇ ਮਾਝੇ ਦੇ ਲੋਕਾਂ ਨੂੰ ਇਕੱਠੇ ਕਰਕੇ ਲਿਆਏ, ਕੋਈ 100-200 ਬੰਦੇ, ਕੁਝ ਤਾਂ ਉਹ ਸਨ ਜਿਹੜੇ ਇਹਦੇ ਨਾਲ ਗਏ ਸਨ। ਉਹਨਾਂ ਨੇ ਘਰੋਂ ਘਰੀ ਜਾ ਕੇ ਦੱਸਿਆ ਅਸੀਂ ਤਾਂ ਆ ਗਏ। ਕੱਲ੍ਹ ਨੂੰ ਕੇਸਰੀ ਚੰਦ ਨੇ ਹਾਥੀ ਦੇ ਨਾਲ ਕਿਲੇ ਦਾ ਗੇਟ ਤੋੜਨਾ ਤੇ ਫਿਰ ਬੀਬੀਆਂ ਨੇ ਫਟਕਾਰਾਂ ਪਾਈਆਂ। ਤੇ ਗੁਰੂ ਪਿਆਰਿਓ ਫਿਰ ਕਰਕੇ 100-200 ਬੰਦੇ ਨੂੰ ਇਕੱਠਾ ਬਣ ਕੇ ਮਾਤਾ ਜੀ ਜਰਨੈਲ ਇਹਨਾਂ ਦੇ ਮੁਖੀ ਬਣ ਕੇ ਤੇ ਲਿਆਏ। ਤੇ ਫਿਰ ਇੱਧਰੋਂ ਗੁਰੂ ਗੋਬਿੰਦ ਸਿੰਘ ਜੀ ਇੰਨੇ ਸਮੇਂ 'ਚ ਅਨੰਦਪੁਰ ਨੂੰ ਛੱਡ ਗਏ ਤੇ ਪਹੁੰਚ ਗਏ ਸਨ ਰਾਮਿਆਣੇ ਦੀ ਧਰਤੀ ਤੇ। ਜੈਤੋ ਤੋਂ ਕੋਟਕਪੂਰੇ ਤੋਂ ਫਿਰ ਉੱਥੋਂ ਮੁਕਤਸਰ ਨੂੰ ਗਏ ਆ। ਰਾਮਿਆਣੇ ਪਹੁੰਚ ਗਏ ਸੀ ਜੰਗਲ ਦੇ ਵਿੱਚ, ਜਿੱਥੇ ਦੋਹਾਂ ਜਥਿਆਂ ਦਾ ਮਿਲਾਪ ਹੋਇਆ ਤੇ ਬੈਠ ਗਏ। ਮਾਤਾ ਜੀ ਨੇ ਬੇਨਤੀ ਕੀਤੀ, ਪਾਤਸ਼ਾਹ ਬਖਸ਼ ਲਓ, ਤੁਹਾਡੇ ਸਿੱਖ ਆ। ਗੱਲਾਂ ਬਾਤਾਂ ਚੱਲੀਆਂ। ਕੁਝ ਉਹਨਾਂ ਵਿੱਚ ਜਰਨੈਲ ਸਨ, ਕੋਈ ਚੌਧਰੀ ਸਨ, ਕੁਝ ਪਿੰਡਾਂ ਦੇ ਮੁਖੀ ਬੰਦੇ ਸੀ ਜਿਨ੍ਹਾਂ ਦੀ ਸਰਕਾਰ ਨਾਲ ਸਿੱਧੀ ਹੁੰਦੀ ਆ। ਸਮਝਦੇ ਆ ਵੈਸੇ ਸਰਕਾਰ ਕਿਸੇ ਨੂੰ ਸਿੱਧੀ ਨਹੀਂ ਰੱਖਦੀ ਗੀ, ਉਹ ਤਾਂ ਬੰਦਿਆਂ ਨੂੰ ਵਰਤਦੀ ਆ। ਕੋਈ ਸਤਨਾਮ ਜੋ ਲੋੜ ਪੈਂਦੀ ਆ ਤੇ ਹੱਲਾਸ਼ੇਰੀ ਥਾਪੀ ਦੇ ਦਿੰਦੇ, ਨਹੀਂ ਲੋੜ ਹੁੰਦੀ ਫਿਰ ਤੂੰ ਕੌਣ ਤੇ ਮੈਂ ਕੌਣ। ਕੋਈ ਸਤਨਾਮ। ਉਹ ਚੌਧਰੀ ਕਹਿਣ ਲੱਗੇ ਤੁਸੀਂ ਮਾਰਾ ਕੀ ਖੱਟਿਆ, ਸਾਹਿਬਜ਼ਾਦੇ ਸ਼ਹੀਦ ਹੋ ਗਏ, ਪਰਿਵਾਰ ਖਿੰਡ ਪੁੰਨ ਗਿਆ ਸਾਰਾ, ਤੇ ਅਸੀਂ ਤੁਹਾਡੀ ਔਰੰਗਜ਼ੇਬ ਨਾਲ ਸੰਧੀ ਕਰਾ ਦਿੰਨੇ ਆ, ਤੁਸੀਂ ਜੰਗ ਬੰਦ ਕਰ ਦਿਓ, ਅਸੀਂ ਮੂਹਰੇ ਚੱਲ ਕੇ ਤੁਹਾਡੀ ਸੰਧੀ ਕਰਾ ਦਿਆਂਗੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਕਿ ਤੁਸੀਂ ਗੁਰੂ ਬਣ ਕੇ ਆਏ ਹੋ ਕਿ ਸਿੱਖ ਬਣ ਕੇ ਆਏ। ਜੇ ਤੁਸੀਂ ਮੈਨੂੰ ਸਮਝਾਉਣ ਵਾਸਤੇ ਆਏ ਹੋ ਤੇ ਫਿਰ ਉਦੋਂ ਕਿੱਥੇ ਗਏ ਜਦੋਂ ਪੰਜਵੇਂ ਪਾਤਸ਼ਾਹ ਸ਼ਹੀਦ ਹੋਏ, ਜਦੋਂ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ। ਇਹ ਸੰਧੀ ਉਦੋਂ ਕਿਉਂ ਨਾ ਕਰਾਈ, ਉਦੋਂ ਕਿੱਥੇ ਲੁਕੇ ਸੀ ਤੁਸੀਂ? ਹੁਣ ਸੰਧੀ ਕਰਾਉਣ ਆਏ ਹੋ, ਸਾਨੂੰ ਇਹ ਗੱਲ ਤੁਹਾਡੀ ਮਨਜ਼ੂਰ ਨਹੀਂ ਹੈ। ਤੇ ਉਹਨਾਂ ਹੰਕਾਰੀ ਚੌਧਰੀਆਂ ਨੇ ਕਿਹਾ ਬਈ ਜੇ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਤਾਂ ਅਸੀਂ ਤੁਹਾਨੂੰ ਆਪਣੇ ਗੁਰੂ ਨਹੀਂ ਮੰਨਦੇ। ਕਹੋ ਸਤਨਾਮ। ਤੇ ਗੁਰੂ ਸਾਹਿਬ ਕਹਿੰਦੇ ਜੇ ਨਹੀਂ ਗੁਰੂ ਮੰਨਦੇ ਤੇ ਫਿਰ ਅੱਜ ਕਾਗਜ਼ ਤੇ ਸਾਈਨ ਕਰ ਦਿਓ। ਉੱਥੇ ਲਿਖਿਆ ਸੀਗਾ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਬੇਦਾਵਾ ਰਾਮਿਆਣ ਧਰਤੀ 'ਤੇ ਲਿਖਿਆ ਗਿਆ। ਔਰ ਉਹਦੇ ਉੱਤੇ ਉਹਨਾਂ ਚੌਧਰੀਆਂ ਨੇ, ਉਹਨਾਂ ਪਿੰਡ ਦੇ ਵੱਡੇ ਮੁਖੀਆਂ ਨੇ, ਹੰਕਾਰੀਆਂ ਨੇ ਸਾਈਨ ਕਰ ਦਿੱਤੇ। ਜਦੋਂ ਤੁਰਨ ਲੱਗੇ ਤੇ ਗੁਰੂ ਪਿਆਰਿਓ ਮਾਤਾ ਜੀ ਕਹਿਣ ਲੱਗੇ ਬਈ ਮੈਂ ਤਾਂ ਨਹੀਂ ਤੁਹਾਡੇ ਨਾਲ ਮੁੜਦੀ, ਹੁਣ ਮੈਂ ਤਾਂ ਜੰਗ ਦੇ ਮੈਦਾਨ ਵਿੱਚ ਜਾਊਂਗੀ। ਮਾਤਾ ਜੀ ਦੀ ਹੱਲਾਸ਼ੇਰੀ ਦੇਖ ਕੇ ਗੁਰੂ ਪਿਆਰਿਓ ਭਾਈ ਮਹਾਂ ਸਿੰਘ ਹੀ ਰੁਕ ਗਏ। ਮਹਾਂ ਸਿੰਘ ਖੜ ਗਿਆ ਤੇ ਫਿਰ ਮਹਾਂ ਸਿੰਘ ਦੇ ਸਾਥੀ ਉਹ ਰੁਕਦਿਆਂ 40 ਸਿੰਘ ਰੁਕ ਗਏ, ਬਾਕੀ ਚੌਧਰੀ ਮੁੜ ਗਏ ਸਾਰੇ। ਫਿਰ ਉਹ 40 ਸਿੰਘ ਜਿਹੜੇ ਸਨ ਸਤਿਗੁਰਾਂ ਦੇ ਮਗਰ ਚੱਲ ਪਏ। ਗੁਰੂ ਸਾਹਿਬ ਤਾਂ ਉਹ ਕਾਗਜ਼ ਇਕੱਠਾ ਕੀਤਾ, ਖੀਸੇ 'ਚ ਪਾ ਲਿਆ, ਤੁਰ ਪਏ। ਇਹ ਫਿਰ ਮਗਰ ਗਏ ਤੇ ਫਿਰ ਕੋਟਕਪੂਰਾ ਲੰਘ ਕੇ ਮੁਕਤਸਰ ਦੇ ਜੰਗ ਦੇ ਵਿੱਚ ਖਿਦਰਾਣੇ ਦੀ ਢਾਬ ਤੇ ਸਿੰਘਾਂ ਨੇ ਪਾਣੀ ਤੇ ਕਬਜ਼ਾ ਕਰ ਲਿਆ। ਔਰ ਉਦੋਂ ਪਿੱਛੇ ਆ ਰਹੀ ਸੀ ਮੁਗਲਾਂ ਦੀ, ਪਠਾਨਾਂ ਦੀ, ਪਹਾੜੀਆਂ ਦੀ ਫੌਜ। ਗੁਰੂ ਸਾਹਿਬ ਨੇ ਟਿੱਬੀ ਤੇ ਮੋਰਚਾ ਲਾ ਲਿਆ ਉੱਚੇ ਥਾਂ ਤੋਂ ਸਿੰਘਾਂ ਦੀ ਮਦਦ ਕਰਨ ਲਈ। ਤੇ ਵਿਚਾਲੇ ਆ ਗਿਆ ਸਿੰਘਾਂ ਦਾ ਜਥਾ। ਉਹਨਾਂ ਨੇ ਖਿਦਰਾਣੇ ਢਾਬ ਤੇ ਵੱਡੀ ਛੱਪੜੀ ਜਿਹਦੇ ਵਿੱਚ ਸਾਫ਼ ਪਾਣੀ ਮੀਂਹਾਂ ਦਾ ਸਟੋਰ ਕਰਦੇ ਸੀਗੇ। ਇੱਕ ਤਾਂ ਛੱਪੜ ਪਿੰਡ ਦਾ ਹੁੰਦਾ ਨਾ ਮੱਝਾਂ ਵਾਲਾ, ਉਹ ਨਹੀਂ, ਖੇਤਾਂ ਵਿੱਚ ਡੂੰਘੇ ਟੂਹੇ ਢਾਬਾਂ ਪੱਟੀਆਂ ਹੁੰਦੀਆਂ ਜਿਨ੍ਹਾਂ ਵਿੱਚ ਮੀਂਹਾਂ ਦਾ ਪਾਣੀ ਸਟੋਰ ਹੋ ਜਾਂਦਾ ਸੀ। ਉਹ ਢਾਬ ਤੇ ਕਬਜ਼ਾ ਕਰ ਲਿਆ। ਮਗਰ ਮੁਗਲਾਂ ਦੀ, ਪਹਾੜੀਆਂ ਦੀ ਫੌਜ ਆਈ। ਫਿਰ ਉੱਥੇ ਗਹਿ ਗੱਚ ਜੰਗ ਹੋਈ ਤੇ ਗੁਰੂ ਪਿਆਰਿਓ ਜੰਗ ਦੇ ਮੈਦਾਨ ਵਿੱਚ ਫਿਰ ਸਿੰਘ ਸ਼ਹੀਦ ਹੋਏ। ਜਿਹੜਾ ਕਲੰਕ ਲੱਗ ਗਿਆ ਸੀਗਾ ਬੇਦਾਵਾ ਲਿਖ ਕੇ
ਮਹਾਂ ਸਿੰਘ ਹੋਰਿਆਂ ਨੇ ਖੂਨ ਨਾਲ ਲਾਹਿਆ। ਕੋਈ ਸਤ ਲੈ ਗਿਆ ਨਾ ਕਲੰਕ, ਫਿਰ ਨਹੀਂ ਤਾਂ ਲੱਗ ਗਿਆ ਸੀ ਮਾਝੇ ਦੇ ਇਲਾਕੇ ਨੂੰ ਕਲੰਕ, ਜਿਹੜਾ ਕਿ ਦੁਨੀ ਚੰਦ ਨੇ ਲਵਾਤਾ ਸੀਗਾ। ਪਰ ਗੁਰੂ ਦੀ ਕਿਰਪਾ ਸਦਕਾ, ਮਾਤਾ ਜੀ ਦੀ ਪ੍ਰੇਰਨਾ ਸਦਕਾ ਔਰ ਮਹਾਂ ਸਿੰਘ ਹੋਰਿਆਂ ਦੀ ਹੱਲਾਸ਼ੇਰੀ ਦੇ ਨਾਲ ਫਿਰ ਗੁਰੂ ਸਾਹਿਬ ਦੇ ਮਗਰ ਜਾ ਕੇ ਇਹਨਾਂ ਨੇ ਜੰਗ ਕੀਤਾ। ਤੇ ਜੰਗ ਦੇ ਮੈਦਾਨ ਵਿੱਚ ਜਦੋਂ ਮੇਰੇ ਪ੍ਰੀਤਮ ਜੰਗ ਰੋਕਣ ਤੋਂ ਬਾਅਦ ਬਹੁਤ ਸਾਰੇ ਪਹਾੜੀਏ ਮਰ ਗਏ, ਉਹਨਾਂ ਤੋਂ ਜੰਗ ਦੇ ਮੈਦਾਨ ਵਿੱਚ ਜੰਗ ਨਾ ਹੋਇਆ, ਕਿਉਂਕਿ ਇਹ ਸਾਰਾ ਜੰਗਲ ਸੀਗਾ ਔਰ ਸਿੰਘਾਂ ਨੂੰ ਜੰਗਲਾਂ ਵਿੱਚ ਜੰਗ ਕਰਨਾ ਆਉਂਦਾ ਸੀ। ਤੇ ਪਹਾੜੀ ਫੌਜਾਂ ਨਾ ਕਰ ਸਕੀਆਂ ਤੇ ਅਖੀਰ ਧਿਆਈਆਂ ਮਰਦੀਆਂ, ਪਿਆਸੀਆਂ ਮਰਦੀਆਂ, ਮੁੜ ਗਈਆਂ, ਪਾਣੀ ਵੀ ਨਾ ਮਿਲਿਆ। ਫਿਰ ਪਾਤਸ਼ਾਹ ਥੱਲੇ ਉਤਰ ਕੇ ਆਏ ਤੇ ਸਿੰਘਾਂ ਨੂੰ ਜਦ ਵੇਖਦੇ ਆ ਤਾਂ ਉਹੀ ਸਿੰਘ ਅੱਜ ਜਿਨ੍ਹਾਂ ਨੇ ਬੇਦਾਵਾ ਲਿਖਿਆ ਸੀਗਾ, ਕੋਈ ਇਹਨਾਂ 'ਚੋਂ ਜਿਉਂਦਾ ਹੋਵੇ। ਤੇ ਵੇਖਦਿਆਂ ਭਾਈ ਮਹਾਂ ਸਿੰਘ ਸਹਿਕਦਾ ਮਿਲਿਆ। ਭਾਈ ਮਹਾਂ ਸਿੰਘ ਦੇ ਕੋਲ ਚੌਂਕੜਾ ਮਾਰ ਕੇ ਬੈਠ ਗਏ, ਗੋਡੇ ਤੇ ਸਿਰ ਰੱਖ ਲਿਆ, ਆਪਣੇ ਰੁਮਾਲ ਨਾਲ, ਪਰਨੇ ਨਾਲ ਉਹਦਾ ਮੁਖ ਸਾਫ਼ ਕੀਤਾ, ਮੁਖ ਵਿੱਚ ਜਲ ਪਾਇਆ, ਹੋਸ਼ ਵਿੱਚ ਆਇਆ, ਅੱਖਾਂ ਖੋਲੀਆਂ ਤੇ ਫਿਰ ਬੰਦ ਕਰ ਲਈਆਂ। ਤੇ ਪਾਤਸ਼ਾਹ ਕਹਿੰਦੇ ਮਹਾਂ ਸਿਆ ਅੱਖਾਂ ਖੋਲ। ਕਹਿਣ ਲੱਗਿਆ ਮਹਾਰਾਜ ਮੈਂ ਤੁਹਾਡੇ ਨਾਲ ਅੱਖਾਂ ਮਿਲਾਉਣ ਜੋਗਾ ਰਿਹਾ ਨਹੀਂ ਗਾ। ਕਹਿੰਦੇ ਨਹੀਂ ਕੁਛ ਨਹੀਂ ਹੋਇਆ, ਅੱਖਾਂ ਖੋਲ, ਤੂੰ ਗੱਲ ਕਰ ਮੇਰੇ ਨਾਲ। ਅੱਖਾਂ ਖੋਲੀਆਂ। ਹਾਂ ਮਹਾਂ ਸਿੰਘ ਬੋਲ, ਤੈਨੂੰ ਮੈਂ ਕੀ ਦੇਵਾਂ? ਮਾਤ ਲੋਕ ਦਾ ਰਾਜਾ ਬਣਾਵਾਂ ਕਿ ਦੇਵ ਲੋਕ ਦਾ ਰਾਜਾ ਬਣਾ ਦਿਆਂ? ਤੇ ਮਹਾਂ ਸਿੰਘ ਜੀ ਕਹਿੰਦੇ ਮੈਨੂੰ ਕੁਛ ਨਹੀਂ ਚਾਹੀਦਾ ਮਹਾਰਾਜ। ਕਹਿੰਦੇ ਨਹੀਂ, ਤੇਰੀ ਸੇਵਾ ਪ੍ਰਵਾਨ ਹੋ ਗਈ ਆ, ਤੂੰ ਦੱਸ ਕੀ ਚਾਹੁੰਦਾ? ਕਹਿੰਦਾ ਜੀ ਟੁੱਟੀ ਗੰਢ ਲਓ, ਜਿਹੜਾ ਬੇਦਾਵਾ ਲਿਖਤਾ ਉਹ ਬੇਦਾਵਾ ਪਾੜ ਦਿਓ। ਕੋ ਸਤਨਾਮ ਸਿੰਘ। ਪਾਤਸ਼ਾਹ ਜੀ ਕਹਿੰਦੇ ਟੁੱਟੀ ਹੁੱਟੀ ਤੂੰ ਆਪਦੇ ਵਾਸਤੇ ਮੰਗ। ਕਹਿੰਦਾ ਮੈਂ ਆਪਦੇ ਵਾਸਤੇ ਨਹੀਂ, ਮੈਂ ਮਾਝੇ ਦੇ ਇਲਾਕੇ ਦਾ ਜਰਨੈਲ ਆ ਮਹਾਰਾਜ, ਸਾਰੇ ਮਾਝੇ ਵਾਸਤੇ ਮੰਗਦਾ। ਕਿਰਪਾ ਕਰਕੇ ਜਿਹੜੇ ਮੇਰੇ ਸਾਥੀ ਆ ਸ਼ਹੀਦ ਹੋਏ ਪਏ ਸਾਰੇ, ਇਹਨਾਂ ਦੀਆਂ ਰੂਹਾਂ ਸੱਚਖੰਡ ਨੂੰ ਜਾਂਦੀਆਂ, ਅੱਗੋਂ ਆਵਾਜ਼ਾਂ ਆਉਂਦੀਆਂ ਤੁਸੀਂ ਗੁਰੂ ਤੋਂ ਬੇਮੁਖ ਹੋ ਕੇ ਆਏ ਹੋ, ਵਾਪਸ ਚਲੇ ਜਾਓ, ਇੱਥੇ ਕੋਈ ਐਂਟਰੀ ਨਹੀਂ ਤੁਹਾਡੀ। ਕੋ ਸਤਨਾਮ, ਚਲੇ ਜਾਓ ਇੱਥੋਂ, ਤੁਹਾਨੂੰ ਇੱਥੇ ਵਾਸਾ ਨਹੀਂ ਮਿਲ ਸਕਦਾ ਮਹਾਰਾਜ। ਜਿੰਨਾ ਚਿਰ ਤੁਸੀਂ ਸਾਨੂੰ ਦੁਬਾਰਾ ਚਰਨੀ ਨਹੀਂ ਲਾਉਂਦੇ, ਇਹਨਾਂ ਨੂੰ ਬਖਸ਼ਦੇ ਨਹੀਂ, ਸਾਨੂੰ ਸੱਚਖੰਡ ਵਾਸਾ ਨਹੀਂ ਮਿਲਣਾਗਾ, ਅਸੀਂ ਭਟਕਦੇ ਰਹਾਂਗੇ। ਜਦੋਂ ਕਈ ਵਾਰੀ ਮਹਾਂ ਸਿੰਘ ਨੇ ਇਹੀ ਬਚਨ ਕੀਤਾ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨਪ੍ਰੀਤ, ਚਰਨ ਕਮਲਾਰੇ ਸਾਨੂੰ ਚਰਨੀ ਲਾ ਲਓ ਦੁਆਰੇ। ਫਿਰ ਪਾਤਸ਼ਾਹ ਨੇ ਖੀਸੇ ਦੇ ਵਿੱਚੋਂ ਉਹ ਬੇਦਾਵਾ ਕੱਢਿਆ, ਉਹਨੂੰ ਦਿਖਾਇਆ। ਕਹਿੰਦੇ ਉਹੀ ਕਾਗਜ਼ ਆ? ਕਹਿੰਦੇ ਹਾਂ ਜੀ। ਕਹਿੰਦੇ ਜੀ ਇਹਨੂੰ ਪਾੜ ਦਿਓ, ਖਤਮ ਕਰ ਦਿਓ, ਇਹ ਕਾਗਜ਼ ਸਾਬਤਾ ਨਾ ਰਹਿ ਜੇ ਦੁਨੀਆ ਵਿੱਚ, ਸਾਨੂੰ ਦੁਨੀਆ ਰਹਿੰਦੀ ਤੱਕ ਲਾਹਨਤਾਂ ਪੈਣਗੀਆਂ। ਕੋ ਸਤਨਾਮ। ਤੁਸੀਂ ਗੁਰੂ ਤੋਂ ਬੇਮੁਖ ਹੋ ਗਏ ਸੀ, ਭੱਜ ਗਏ ਸੀ ਜੰਗ ਦੇ ਮੈਦਾਨ 'ਚੋਂ, ਤੁਸੀਂ ਉਹੀ ਹੋ। ਪਾਤਸ਼ਾਹ ਜੀ ਨੇ ਭਾਈ ਮਹਾਂ ਸਿੰਘ ਦੇ ਸਾਹਮਣੇ ਉਹ ਕਾਗਜ਼ ਨੂੰ ਚਕਨਾ ਚੂਰ ਕਰਕੇ ਹਵਾ ਵਿੱਚ ਉਡਾ ਦਿੱਤਾ ਤੇ ਟੁੱਟੀ ਗੰਢੀ ਦਾ ਵਰ ਦਿੱਤਾ। ਫਿਰ ਉੱਥੇ ਕੋ ਸਤਨਾਮ। ਫਿਰ ਉਹਨਾਂ ਭਾਈ ਮਹਾਂ ਸਿੰਘ ਦੀ ਵੀ ਫੇਰ ਜਾਨ ਨਿਕਲੀ, ਨਹੀਂ ਤਾਂ ਫੱਟ ਇਹਦੇ ਵੀ ਬਹੁਤ ਲੱਗੇ ਸੀਗੇ, ਪਰ ਅਸਲ ਵਿੱਚ ਇਹਦੀ ਜਾਨ ਗੁਰੂ ਦੇ ਚਰਨਾਂ ਵਿੱਚ ਚੜੀ ਸੀ। ਤੇ ਗੁਰੂ ਦੇ ਚਰਨਾਂ ਵਿੱਚੋਂ ਤਾਂ ਕਾਲ ਵੀ ਨਹੀਂ ਖੋ ਕੇ ਲਿਜਾ ਸਕਦਾ ਜਾਨ ਨੂੰ, ਜਿੰਨਾ ਚਿਰ ਸਿੱਖ ਦੀ ਗੁਰੂ ਦੀ ਮਰਜ਼ੀ ਨਹੀਂ ਹੈ। ਕੋ ਸਤਨਾਮ। ਸ਼ਹੀਦ ਇਹ ਵੀ ਹੋ ਜਾਂਦਾ, ਪਰ ਇਹਦਾ ਧਿਆਨ ਗੁਰੂ ਸਾਹਿਬ ਦੇ ਚਰਨਾਂ 'ਚ ਅੜਿਆ ਹੋਇਆ ਸੀਗਾ ਕਿ ਜਿੰਨਾ ਚਿਰ ਮੈਨੂੰ ਗੁਰੂ ਸਾਹਿਬ ਮਿਲ ਨਹੀਂ ਜਾਂਦੇ, ਮੈਂ ਬੇਦਾਵਾ ਪੜਵਾ ਨਹੀਂ ਦਿੰਦਾ, ਉਹਨਾਂ ਚਿਰ ਮੈਂ ਸਰੀਰ ਨਹੀਂ ਛੱਡੂੰਗਾ। ਤੇ ਮੌਤ ਵੀ ਹੋ ਕੇ ਮੁੜਦੀ ਸੀ ਕੋਲਿਓ, ਬਿਜਲੀ ਵਾਂਗੂ, ਕਾਸ਼ੀ ਬਿਜਲੀ ਵਾਂਗੂ ਕੋਲਿਓ ਹੋ ਮੁੜਦੀ ਸੀ, ਪਰ ਲਿਜਾ ਨਹੀਂ ਸਕੀ, ਕਿਉਂਕਿ ਇਹਦਾ ਧਿਆਨ ਗੁਰੂ ਚਰਨਾਂ ਜੁੜਿਆ ਹੋਇਆ ਸੀ। ਕੋ ਸਤਨਾਮ। ਤਾਂ ਅਖੀਰ ਜਦੋਂ ਪਾਤਸ਼ਾਹ ਨੇ ਉਹਨੂੰ ਆਸ਼ੀਰਵਾਦ ਦਿੱਤਾ ਤੇ ਉਹ ਰੂਹ ਵੀ ਨਿਕਲ ਕੇ ਪਰਮੇਸ਼ਰ ਦੇ ਵਿੱਚ ਸਮਾ ਗਈ। ਇਸ ਕਰਕੇ ਇਉਂ ਕਲੰਕ ਲੱਗਦਾ ਹੈ, ਕੋਈ ਹੋਰ ਕਾਲਸ ਨਹੀਂ ਲੱਗੀ ਹੁੰਦੀ ਚਿਹਰੇ ਤੇ ਜਾਂ ਸਰੀਰ ਤੇ। ਕੋ ਸਤਨਾਮ। ਤਾਂ ਉਹ ਕਲੰਕ ਧੋਤਾ ਭਾਈ ਮਹਾਂ ਸਿੰਘ ਹੋਰਾਂ ਨੇ ਆਪਣੇ ਖੂਨ ਦੇ ਨਾਲ। ਮੇਰੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ, ਕਹਿੰਦੇ ਜਦੋਂ ਸੁਪਟਨ ਫੌਜੀ ਪਰਿਵਾਰਿਓ ਆਪਣੇ ਆਸੇ ਪਾਸੇ ਦੁਸ਼ਮਣਾਂ ਦਾ ਘੇਰਾ ਦੇਖ ਕੇ ਵੀ ਹਾਰ ਨਹੀਂ ਮੰਨਦਾ, ਜਿੰਨਾ ਚਿਰ ਸਵਾਸ ਹੈ ਸ਼ਸਤਰ ਚਲਾਉਂਦਾ ਰਹਿੰਦਾ ਹੈ ਜੀ। ਪਹੁੰਚੇ ਅੱਛੇ ਸੁਲੋਕ ਮੈਂ ਤਨ ਕਲੰਕ ਸਭ ਡਾਰ। ਇਉਂ ਆਪਣੇ ਜੀਵਨ ਦੇ ਵਿੱਚ ਲੱਗੇ ਹੋਏ ਕਲੰਕਾਂ ਨੂੰ ਲਾਹ ਕੇ ਦੇਵ ਲੋਕ ਨੂੰ, ਸੱਚਖੰਡ ਨੂੰ, ਪ੍ਰੀਤਮ ਦੇ ਦੇਸ਼ ਨੂੰ ਚਲਿਆ ਜਾਂਦਾ ਹੈ। ਪ੍ਰੀਤਮ ਕੇ ਦੇਸ਼ ਕੈਸੇ ਬਾਤਲ ਸਿਓ ਜਾਈਐ, ਗੁਰ ਉਪਦੇਸ਼ ਲੈ ਗਹਿ ਜੋ ਲਓ ਨਾ ਕਮਾਈਐ।
ਗੱਲੀ ਬਾਤੀ ਪਰਮੇਸ਼ਰ ਦੇ ਦੇਸ਼ ਕਿਵੇਂ ਜਾਵਾਂਗੇ ਬਈ? ਜਿੰਨਾ ਚਿਰ ਗੁਰੂ ਦਾ ਉਪਦੇਸ਼ ਲੈ ਕੇ ਉਹਨੂੰ ਪੱਲੇ ਨੂੰ ਫੜ ਕੇ ਲੈ ਗਹਿ ਜੋ ਲਓ ਨਾ ਕਮਾਈ ਹੈ। ਸੁਰਤ ਨੂੰ ਫੜ ਕੇ, ਸ਼ਬਦ ਨੂੰ ਫੜ ਕੇ ਜਿੰਨਾ ਚਿਰ ਕਮਾਈ नहीं कर दे। कहे कलीब ना बाक को व्याकुल हुए न जोए। जेड़ा कैरा वाले बचन ना करे, जेड़ा जंग दे मैदान विच भगौड़ा ना होवे, व्याकुल ना होवे। अस्त्र शस्त्र को न गन है मारन में रिस होए। बस अखा नेत्र लाल ते सामने फौजां दी गिनती वेख के डरे ना और दुश्मनां नूं वध तो वध दुश्मनां नूं वड्डण दा इरादा रखे। जेड़ा मरण बिखे निश्चय जिसे रण प्रतीर समेत। जिसनों मौत दे विच निश्चय है कि कोई गल नहीं मेरी मौत तां आऊगी, पर मैं जंग दे मैदान दे विचों ढूई ते फट नहीं खाने, पिठ ते फट नहीं खाने। को सतनाम छाती ते खाने आ। अवे मनियों भी जंग दे मैदान विच लड़े आ, ओनू घेरा पा लिया, पर उस वेले ओदा पिता अर्जन जदों वेख्या मनियों मर गया ते शस्त्र सिट के खड़ गया। को सतनाम पुत्र दे बराग दे विच। पर धन है गुरु गोबिंद सिंह महाराज जी आप अपने सपुत्रा नूं तैयार करके भेजदे है। भाई दया सिंह होरां ने कहा मेरा परिवार विछड़ गया, छोटे साहिबजादे पता नहीं किधर गए, मातावां पता नहीं किधर गईयां, माता गुजरी जी ते तुसी महाराज साहिबजादियां नूं जंग विच नहीं भेजना। को सतनाम पातशाह कहंदे क्यों इन्हां नूं की होया, ये भी लड़नगे, इन्हां दे जोहर भी देखने आ। वड्डा साहिबजादा भेजता, सामने अखां दे शहीद हो गया। साहिबजादा जुझार सिंह भी कहंदा बापू मैं जाना हुण, ते बापू भी भेजण नूं तैयार है। ते जद जुझार सिंह ने कहा असीं तां भरा कदे अड्डो अड्ड होए नहीं पिता जी, मैं भी भरा दे मगर ही जाना, मैनू भी आग्या बख्शो। दया सिंह होरी कहंदे महाराज इस बच्चे नूं रोक लो, एकता रख लो। कहंदे नहीं, आउण वाला समा ऐसा आवेगा कि सानू कहना नहीं पवेगा नौजवानों नूं कि देश की धर्म की राखी वास्ते आओ, नौजवान आपे निकल के आउणगे। जिवें आह किसानां दे मेले विच जा रहे आ, को सत आपे जा रहे हैं ना, अपनियां ट्रैक्टर गड्डियां लैके आपे जा रहे हैं ना। कहते ये जुझार सिंह का बचन चलेगा, मैनू कहना नहीं पिया जुझार सिंह नूं कि पुत्रा तू भी जा, जे मैं कहता तो होर गल सी। जुझार सिंह खुद कह रहा बापू मैं भी जाना है, मैनू भी दे शास्त्र। फिर उन्होंने भी तैयार करके कलंगी सजा के पातशाह जी ने जंग के मैदान वाल तोरिया। इस करके मरण विख्या निश्चय जिसे रणप्रिय धीर समेत, जिसनों जंग के मैदान नाल प्यार है। मेरे प्रीतम जी ऐसे बचन सिंघां नूं बड़े सुणाउंदे है, इस करके सिंघां दे विच इन्ना जोश है कि सवा लख नाल कल्ला कल्ला जूझ गया। को सतनाम की कहंदे हन, देह शिवा वर मोहे यह शुभ कर्मन ते कमो न टरो न डरो, अरसों जब जाए लरो निश्चय करें अपनी जीत करो, और सेखो अपने ही मन को ये लालच हो गुण तो करो, यह लालच हो गुण तो उचरो, जब आपकी औद निधान बने अत ही रण में तब जूझ मरो। खड़ग केत में शरण तिहारी आप हाथ दे लिहो उभारी, सर्व ठौरमो हो सहाई दुष्ट दोख ते लिहो बचाई। केवल परमेश्वर नूं कहंदे आ, होर नहीं किसे नूं। इस करके मेरे प्रीतम जी कहंदे सिखो जिसनूं जंग दे मैदान नाल ते मौत नाल प्यार है, प्राणा नाल नहीं। प्यारे करे ना प्राण को लरे धर्म के हित। धर्म नूं रखण वास्ते अपने प्राणां नूं भी निशावर कर दिंदे हन। जिवें तेग बहादुर महाराज जी जद इन्हां दे कोल कश्मीरी पंडितां ने हिंदुआं ने आके उस वेले बेनती कीती सी कि साडा धर्म बचाओ, औरंगजेब नूं रोको, एक सोडा ही घर रह गया, हुण सानू कितों आसरा नहीं मिल रहा। ते गुरु तेग बहादुर जी 2 मिनट नेत्र बंद करके सोचन लगे, ते कहंदे सामने गोबिंद राय जी आ गए। बापू जी ये किवें रोई जांदे ने, बेटा इन्ना धर्म खत्म होण लगे है, ते फिर की बनूगा। कहंदे कोई सूरमा योधा ही इन्हां दे धर्म नूं बचा सकदा है। फिर बापू जी तुहाडे तो वड्डा सूरमा किहड़ा योधा है, तुसीं ये काम करो। ते गुरु तेग बहादुर जी जद ये गल सुनदे है तो उस वेले तैयार हो गए। कहंदे ठीक है पुत्रा, जे तेरा ये हुक्म है तो यही सही।
ਉਸੇ ਵੇਲੇ ਫਿਰ ਉਹਨਾਂ ਨੂੰ ਕਿਹਾ, ਜਾ ਕੇ ਕਹਿ ਦਿਓ ਔਰੰਗਜ਼ੇਬ ਨੂੰ ਵੀ ਸਾਡਾ ਗੁਰੂ ਤੇਗ ਬਹਾਦਰ ਹੈ, ਜੇ ਉਹ ਮੁਸਲਮਾਨ ਬਣ ਜਾਣਗੇ ਤੇ ਅਸੀਂ ਆਪੇ ਹੀ ਬਣ ਜਾਵਾਂਗੇ, ਕਹਿਣ ਦੀ ਲੋੜ ਨਹੀਂ ਪਊ। ਪਰ ਜਿਹੜੇ ਲੋਕਾਂ ਨੇ ਉਸ ਵੇਲੇ ਗੁਰੂ ਸਾਹਿਬ ਨੂੰ ਗੁਰੂ ਮੰਨਿਆ ਸੀ, ਕੀ ਅੱਜ ਉਹ ਸਤਿਕਾਰ ਕਰਦੇ ਆ ਆਪਣੇ ਉਸ ਬਚਨ ਤੇ ਖੜੇ ਆ? ਖੜਨਾ ਚਾਹੀਦਾ। ਮੈਂ ਬੇਨਤੀ ਕਰਦਾ, ਗੁਰੂ ਸਾਹਿਬ ਦੇ ਇਸ ਧਰਮ ਨੂੰ ਆਲ ਵਰਲਡ ਦੇ ਲੋਕਾਂ ਨੇ ਗ੍ਰਹਿਣ ਕਰ ਲਿਆ। ਅੰਗਰੇਜ਼ਾਂ ਨੇ ਆਪਣੀਆਂ ਫੌਜਾਂ ਦੇ ਵਿੱਚ ਸਿੱਖ ਪਲਟਨ ਭਰਤੀ ਕੀਤੀ ਆ। ਸਿੱਖਾਂ ਦੇ ਜੰਗਾਂ ਯੁੱਧਾਂ ਨੂੰ ਦੇਖ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇੱਕ ਤਾਂ ਫੜਨ ਵਾਸਤੇ ਆਉਂਦੇ ਆ, ਸਰਕਾਰ ਦੇ ਬੰਦੇ, ਜਾਓ ਫਲਾਣੇ ਨੂੰ ਫੜ ਕੇ ਲਿਆਓ, ਔਰ ਗੁਰੂ ਤੇਗ ਬਹਾਦਰ ਜੀ ਆਪ ਪਹੁੰਚੇ ਆ ਦਿੱਲੀ ਦੇ ਵਿੱਚ। ਕੋ ਸਤਨਾਮ ਰੋਕਣ ਵਾਸਤੇ ਗੁਰੂ ਸਾਹਿਬ ਰੋਕਣ ਦੀ ਕੋਸ਼ਿਸ਼ ਕਰਦੇ ਰਹੇ, ਸਮਝਾਉਂਦੇ ਰਹੇ ਦੁਸ਼ਟ ਔਰੰਗਾ ਗੁਰੂ ਸਾਹਿਬ ਨੂੰ ਮੁਸਲਮਾਨ ਬਣਨ ਦੀ ਪ੍ਰੇਰਨਾ ਦਿੰਦੇ ਰਹੇ। ਕੋ ਸਤਨਾਮ ਉਹਦੇ ਕਾਜੀ ਔਰੰਗੇ ਦੇ। ਪਰ ਗੁਰੂ ਤੇਗ ਬਹਾਦਰ ਜੀ ਕਹਿੰਦੇ ਨਹੀਂ, ਮੇਰਾ ਨਾਮ ਵੀ ਤੇਗ ਬਹਾਦਰ ਹੈ, ਤੂੰ ਵੀ ਤੇਗ ਚਲਾਉਣ ਨੂੰ ਫਿਰਦਾ, ਅੱਜ ਦੋਨਾਂ ਤੇਗਾਂ ਦਾ ਮੁਕਾਬਲਾ ਹੀ ਹੋ ਜਾਊਗਾ। ਕੋ ਸਤਨਾਮ ਮੇਰਾ ਵੀ ਨਾਮ ਤੇਗ ਬਹਾਦਰ ਰੱਖਿਆ ਬਾਪੂ ਨੇ, ਤੇ ਤੂੰ ਵੀ ਤੇਗ ਚਲਾਉਣ ਨੂੰ ਫਿਰਦਾ, ਤੇ ਚਲਾ ਕੇ ਦੇਖ ਹੀ ਲੈ। ਜਦੋਂ ਗੁਰੂ ਸਾਹਿਬ ਨਾ ਮੰਨੇ ਉਹਨਾਂ ਦੇ ਮੁਸਲਮਾਨ ਨੂੰ ਗ੍ਰਹਿਣ ਕਰਨ ਵਾਸਤੇ, ਧਰਮ ਨੂੰ ਗ੍ਰਹਿਣ ਕਰਨ ਵਾਸਤੇ, ਅਖੀਰ ਔਰੰਗਜ਼ੇਬ ਨੇ ਹੁਕਮ ਦੇਤਾ ਜਲਾਦਾਂ ਨੂੰ, ਇਹਨਾਂ ਨੂੰ ਸ਼ਹੀਦ ਕਰ ਦਿਓ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਅਸੀਂ ਆਪਣੀ ਮਰਜ਼ੀ ਨਾਲ ਸ਼ਹੀਦੀ ਪਾਵਾਂਗੇ, ਤੁਹਾਡੀ ਤਲਵਾਰ ਨਾਲ ਨਹੀਂ। ਕਹਿੰਦੇ ਇਹ ਕਿਵੇਂ ਹੋ ਸਕਦਾ? ਕਹਿੰਦੇ ਵੇਖ ਲਓ ਫਿਰ ਤਜਰਬਾ, ਇਹ ਕੱਚਾ ਧਾਗਾ ਲੈ ਲਓ, ਉਹਦੇ ਨਾਲ ਥੋੜਾ ਵੇਟ ਕਾਗਜ਼ ਦਾ ਬੰਨ੍ਹ ਕੇ ਜਿਹੜੇ ਪਾਸੇ ਉਹ ਤੇਗ ਚਲਾਉਣੀ ਆ, ਤਲਵਾਰ ਚਲਾਉਣੀ ਆ, ਉਸ ਪਾਸੇ ਐਦਾਂ ਧਾਗਾ ਲਮਕਾ ਦਿਓ ਤੇ ਧਾਗੇ ਦੇ ਉੱਤੋਂ ਦੀ ਤੇਗ ਚਲਾਇਓ। ਫਿਰ ਜੇ ਤਾਂ ਉਹ ਧਾਗਾ ਵੱਢਿਆ ਗਿਆ, ਫਿਰ ਤਾਂ ਤੁਹਾਡੀ ਤੇਗ ਨੇ ਵੱਢਿਆ ਸਾਡਾ ਧੌਣ, ਤੇ ਜੇ ਧਾਗਾ ਸਾਬਤਾ ਰਹਿ ਗਿਆ ਤੇ ਫਿਰ ਇਹ ਸਮਝਿਓ ਕਿ ਅਸੀਂ ਆਪਦੀ ਮਰਜ਼ੀ ਨਾਲ ਆਪਣਾ ਧੌਣ ਪਾਸੇ ਕੀਤੀ ਹੈ ਸਿਰ ਤੋਂ। ਕੋ ਸਤਨਾਮ ਇੱਦਾਂ ਹੀ ਹੋਇਆ। ਉਹ ਧਾਗਾ ਕੱਟਿਆ ਨਹੀਂ ਗਿਆ, ਉਹ ਨਾਲ ਹੀ ਚਲਿਆ ਗਿਆ ਤੇ ਧੌਣ ਉਦੋਂ ਪਹਿਲੇ ਪਰੇ ਚਲੀ ਗਈ। ਤੇ ਉਸ ਤੋਂ ਬਾਅਦ ਭਾਈ ਜੈਤਾ ਜੀ ਨੇ ਸੀਸ ਵੀ ਸੰਭਾਲ ਲਿਆ ਤੇ ਲੱਖੀ ਸ਼ਾਹ ਬੰਜਾਰ ਨੇ ਧੜ ਵੀ ਸੰਭਾਲ ਲਿਆ। ਜਿਹੜੀ ਉਹਨਾਂ ਦਾ ਖਿਆਲ ਸੀ ਕਿ ਅਸੀਂ ਸਿੱਖਾਂ ਦੇ ਗੁਰੂ ਦਾ ਸਰੀਰ ਰੋਲ ਦਿਆਂਗੇ, ਪਰ ਨਹੀਂ ਰੋਲ ਸਕੇ। ਕੋ ਸਤਨਾਮ ਪ੍ਰੀਤਮ ਜੀ ਕਹਿੰਦੇ ਹਨ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਪਿਆਰੇ ਕਰੇ ਪ੍ਰਾਨ ਕੋ ਲੜੈ ਧਰਮ ਕੈ ਹੇਤ, ਉਹ ਹੀ ਉੱਤਮ ਯੋਧੇ ਹਨ। ਚਮੂ ਬਿਹੋ ਕੇ ਅਗਰ ਮੈਂ ਠਹਿਰਾਵੇ ਬਰਬੀਰ, ਉਹ ਯੋਧਾ ਜਿਹੜਾ ਆਪਣੇ ਆਪ ਨੂੰ ਵਿਆਹੂ ਚੱਕਰ ਵਿਆਹੂ ਜੀ ਦੇ ਵਿੱਚ ਅਭਿਮਨਿਊ ਫਸ ਗਿਆ ਸੀਗਾ। ਉਹ ਵੜਨਾ ਜਾਣਦਾ ਸੀ, ਨਿਕਲਣਾ ਨਹੀਂ ਸੀ ਜਾਣਦਾ। ਦੂਸਰਾ, ਕੱਲੇ ਦੇ ਉੱਤੇ ਸਾਰੀ ਫੌਜ ਨੇ ਇੱਕਦਮ ਹਮਲਾ ਕਰ ਦਿੱਤਾ। ਚੱਕਰ ਵਿਊਹ ਦੇ ਵਿੱਚ, ਫੌਜ ਦੇ ਵਿਊਹ ਦੇ ਵਿੱਚ, ਭਾਵ ਘੇਰੇ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਫਿਰ ਵੀ ਧੀਰਜ ਨਾਲ ਖੜਦਾ ਹੈ। ਓਏ ਜੋ ਦਾਇਕ ਜੋਰ ਕੇ ਵਿੱਚ ਤੇ ਭਜੇ ਨਾ ਭੀਰ, ਤਾਂ ਜੰਗ ਦੇ ਮੈਦਾਨ ਵਿੱਚੋਂ ਜਿਹੜਾ ਭੱਜਦਾ ਨਹੀਂ, ਇੱਕ ਪੈਰ ਤੇ ਹੋ ਕੇ ਫਿਰ ਯੋਧਾ ਜਦੋਂ ਘੇਰੇ ਦੇ ਵਿੱਚ ਵੀ ਲੜਦਾ ਹੈ, ਜਿਵੇਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਲੜੇ, ਸ੍ਰੀ ਹਰਿਮੰਦਰ ਸਾਹਿਬ ਦੀ ਰਕਸ਼ਾ ਕਰਦੇ ਹੋਏ, ਰਖਵਾਲੀ ਕਰਦੇ ਹੋਏ। ਕੋ ਸਤਨਾਮ ਬਹੁਤ ਆਸੇ ਪਾਸੇ ਉਹਨਾਂ ਨੇ ਬਹੁਤ ਕੁਝ ਵੀੜਿਆ, ਪਰ ਉਹ ਹੈਰਾਨ ਹੋ ਗਏ ਜਿਹੜੇ ਉੱਥੇ ਕਹਿ ਕੇ ਆਏ ਸੀ ਦਿੱਲੀ 'ਚ, ਸਾਡਾ ਬਸ ਆਉਣ ਜਾਣ ਦਾ ਟਾਈਮ ਹੀ ਲੱਗਣਾ, ਉੱਥੇ ਤਾਂ ਟਾਈਮ ਹੀ ਲੱਗਣਾ, ਜਾਂਦੇ ਹੀ ਫੜ ਲਿਆਉਣਾ। ਕੋ ਸਤਨਾਮ ਪਰ ਇਹਨਾਂ ਦੇ ਨਾਲ ਵੀ ਇੱਕ ਐਸਾ ਜਰਨੈਲ ਆ ਗਿਆ ਸੀ ਮਹਾਂਪੁਰਸ਼ਾਂ ਦੇ ਨਾਲ ਫੌਜ ਦਾ, ਤੇ ਗੁਰੂ ਪਿਆਰਿਓ ਉਸਨੇ ਐਸੀ ਬਿਉਂਦਬੰਦੀ ਕੀਤੀ, ਜਦੋਂ ਪ੍ਰਕਰਮਾਂ 'ਚ ਵੜੇ ਤੇ ਇਹਨਾਂ ਨੇ ਪੈਰਾਂ ਦੇ ਵਿੱਚ ਗੋਲੀਆਂ ਵੱਜਣ ਲੱਗੀਆਂ, ਕਿ ਲੱਤਾਂ 'ਚ ਵੱਜਣ ਲੱਗੀਆਂ, ਥੱਲਿਓਂ ਧਰਤੀ 'ਚੋਂ ਨਿਕਲਣ ਲੱਗੀਆਂ ਗੋਲੀਆਂ। ਹੈਰਾਨ ਹੋ ਗਏ ਵੀ ਐਸੀ ਬਿਉਂਤਬੰਦੀ ਤਾਂ ਕੋਈ ਫੌਜ ਦਾ ਜਰਨੈਲ ਹੀ ਕਰ ਸਕਦਾ। ਕੋ ਸਤਨਾਮ ਖੈਰ ਦੱਸਦੇ ਆ ਕਿ ਕਿਸੇ ਨੇ ਬੇਨਤੀ ਕੀਤੀ ਸੰਤ ਜਰਨੈਲ ਸਿੰਘ ਨੂੰ, ਤੁਸੀਂ ਨਿਕਲ ਜਾਓ, ਤੁਸੀਂ ਫਿਰ ਫੌਜ ਇਕੱਠੀ ਕਰ ਸਕਦੇ ਹੋ। ਪਰ ਸੰਤ ਜੀ ਕਹਿੰਦੇ ਨਹੀਂ, ਇਹ ਯੋਧੇ ਦਾ ਕੰਮ ਨਹੀਂ ਹੈ ਕਿ ਜੰਗ ਦੇ ਮੈਦਾਨ 'ਚੋਂ ਐਦਾਂ ਛੱਡ ਕੇ ਤੁਰ ਜਾਵੇ। ਕੋ ਸਤਨਾਮ ਇੱਥੇ ਸ਼ਹੀਦੀ ਪਾਉਣੀ ਆ। ਮੋਹ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰ ਹਮਾਰੇ ਵਾਰ। ਯਾਰ ਘੱਟੋ ਘੱਟ ਇਹਨੇ ਪੁੱਛੂਗਾ ਨਾ ਵੇਖ ਕੇ ਪਰਮੇਸ਼ਰ ਵੀ ਆਪਣੇ ਵਾਰ 'ਚ ਕੌਣ ਪਿਆ, ਕੋ ਉਹਦੀ ਨਿਗਾਹ ਪੈ ਗਈ ਤੇ ਆਪਣਾ ਕੰਮ ਹੋ ਜਾਣਾ। ਕੋ ਸਤਨਾਮ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਮਰਤਾ ਮਰਤਾ ਜਗ ਮੁਆ ਮਰ ਭੀ ਨਾ ਜਾਣਿਆ ਕੋਏ, ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ। ਕਿਆ ਜਾਣਾ ਕਿ ਮਰਾਂਗੇ ਦੁਨੀ ਚੰਦ। ਬਾਬਾ ਜੀ ਕੋਲੋਂ ਭੱਜ ਗਿਆ, ਤੜਕੇ ਕਹਿੰਦੇ ਜੀ ਆਪਣਾ ਹਾਥੀ ਤਾਂ ਭੱਜ ਗਿਆ,
ਕਹਿੰਦੇ ਉੱਥੇ ਜਾ ਕੇ ਕਿਹੜਾ ਬਾਜੂਗਾ, ਫਿਰ ਘਰੇ ਜਾ ਕੇ ਮਰੂਗਾ, ਮੌਤ ਉੱਥੇ ਵੀ ਆਊਗੀ। ਕਹੋ ਸਤਨਾਮ। ਉੱਥੋਂ ਭੱਜਿਆ, ਟੱਪਦੇ ਦੀ ਲੱਤ ਟੁੱਟ ਗਈ, ਘਰੇ ਜਾ ਕੇ ਸੱਪ ਲੜ ਗਿਆ। ਕਬੀਰ ਮਰਤਾ ਮਰਤਾ ਜਗ ਮੁਆ ਮਰ ਭੀ ਨਾ ਜਾਣਿਆ ਕੋਏ। ਤਾਂ ਕਬੀਰ ਸਾਹਿਬ ਜੀ ਕਹਿੰਦੇ ਐਸੀ ਮਰਨੀ ਜੋ ਮਰੇ, ਬਸ ਆਖਰੀ ਸਮਾਂ ਮਰਨਾ ਹੀ ਆ, ਮਰਨਾ ਵਧੀਆ ਹੋਵੇ। ऐसी मरनी जो मरे बहुर न मरना होए, क्या जाना किब मरेंगे। कैसा मरना होए, कैसा मरना होए, कहने मरन वेले वाहिगुरु याद आवे। जेकर सह मनो ना विसरे ते सहला मरना होए। होए जोधा एक जोर के विचते भजे ना पीर। जेड़ा जंग दे मैदान विचों विचलित होके भजे ना, मैं उसनूं उत्तम योद्धा कहंदा हां। मुख लक्षण है जीत को ही हरक हट होए। और ऐसा योद्धा जितेगा मैं लोहे ते लकीर कहना। 10वें पातशाह कहने जेड़ा ऐसा योद्धा होवेगा वो जंग दे मैदान विचों जित लैके मुड़ेगा ਜਾਂ फिर शहीदी पावेगा। अति शत्रु को जंग में जहे जहे सब कोई। ਇਹੋ ਹੀ ਸਾਰੇ ਚਾਹੁੰਦੇ ਹਨ ਕਿ ਜੰਗ ਦੇ ਮੈਦਾਨ ਵਿੱਚ ਮੈਂ ਦੁਸ਼ਮਣ ਨੂੰ ਮਾਰ ਲਵਾਂ। ਗੁਰੂ ਕੀਆਂ ਫੌਜਾਂ ਦੁਸ਼ਮਣ ਨੂੰ ਮਾਰਨਾ ਚਾਹੁੰਦੀਆਂ, ਦੁਸ਼ਮਣ ਚਾਹੁੰਦਾ ਸੀ ਗੁਰੂ ਕੀਆਂ ਫੌਜਾਂ ਨੂੰ ਮਾਰ ਲਈਏ। ਪਰ ਅਖੀਰ ਜਿੱਤ ਕਿਹਦੀ ਹੁੰਦੀ ਹੈ? ਜਿਹੜੇ ਡਟ ਕੇ ਜੰਗ ਕਰਦੇ ਐ। ਬਾਹੂ ਪ੍ਰਿਸ਼ਟ ਰਬ ਪਿਸ਼ਟ ਪਰ ਕਨਪੀ ਹੋਈ ਪਛਾਤ। ਔਰ ਇਹੋ ਜਿਹੇ ਯੋਧੇ ਦੇ ਅਨੁਸਾਰ ਹਵਾ ਵੀ ਹੋ ਜਾਂਦੀ ਹੈ, ਫਿਰ ਹਵਾ ਵੀ ਉਹਦੇ ਅਨੁਸਾਰ ਹੋ ਜਾਂਦੀ ਹੈ, ਬੱਦਲ ਵੀ ਉਹਦੇ ਅਨੁਸਾਰ ਹੋ ਜਾਂਦੇ ਨੇ। पीछे बोल बेहंग हुए लखे जीत की बात। ਔਰ ਜਾਨਵਰ ਵੀ ਕਹਿੰਦੇ ਆ ਤੂੰ ਜਿੱਤੇਗਾ, ਤੂੰ ਜਿੱਤੇਗਾ, ਭਾਵ ਕੁਦਰਤ ਵੀ ਉਹਦੇ ਵੱਲ ਹੋ ਜਾਂਦੀ ਹੈ ਤੇ ਉਹ ਜਿੱਤ ਜਾਂਦਾ ਹੈ। ਰਹਿੰਦੀਆਂ ਵਿਚਾਰਾਂ ਫਿਰ ਕਰਾਂਗੇ, ਵਿਚਾਰਾਂ ਸਮਾਂ ਸਮਾਪਤੀ ਤੇ ਹੈ। ਕੱਲ ਦੇ ਦੀਵਾਨਾਂ ਵਿੱਚ ਅਗਲੀਆਂ ਵਿਚਾਰਾਂ ਕਰਾਂਗੇ। ਵਿਚਾਰਾਂ ਲੰਬੀਆਂ ਕਰ ਰਹੀਆਂ, ਗੁਰੂ ਪਾਤਸ਼ਾਹ ਕਿਰਪਾ ਕਰਨ ਐਸੀਆਂ ਵਿਚਾਰਾਂ ਸਾਡੇ ਜੀਵਨ ਵਿੱਚ ਹਾਜ਼ਰ ਹੋ ਜਾਣ, ਵਸ ਜਾਣ। ਸਾਡਾ ਜੀਵਨ ਗੁਰੂ ਦੇ ਚਰਨਾਂ ਨਾਲ ਜੁੜ ਕੇ ਬਤੀਤ ਹੋਵੇ, ਲੇਖੇ ਲੱਗੇ ਤੇ ਮਨ ਜੀਤੇ ਜਗ ਜੀਤ ਵਾਲਾ ਯੋਧਾ ਬਣ ਜਾਈਏ। ਸਮਾਪਤੀ ਕਰੀਏ। हे अच्युत हे पार ब्रह्म अविनाशी, हे पूरन हे सर्व मैं, हे संगी हे निरंकार, हे निर्गुण सब टेक, हे गोविंद हे गुण निधान, सदा विवेक, हे अपरंपर हर हरे, हे संत है कै सदा संग, आधार, हे ठाकुर हों दास रो, निर्गुण गुण नहीं कोई, नानक दीजै नाम दान, आए प्रभ शरणागति, नित दयाल, एक अखर हर मन बसत, निहाल, एक अंकारा सतगुरु, प्रसाद सच होए, वाहिगुरु जी की फतेह है, विनाशन सोए, वाहिगुरु जी की फतेह है।